ਵਾਹਿਗੁਰੂ। ਤੂੰ ਕਉ ਟਲ ਗੁਰ ਸੇਵੀਆ ਅਹਨਿਸ ਵਾਹਿਗੁਰੂ। ਸਹਜ ਸੁਭਾਏ ਦਰਸ਼ਨ ਪਰਸੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਪੂਰੇ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਮਲ ਜਨਮ ਸਜਨ ਸਚਾ ਪਾਤਸ਼ਾਹ ਸਿਰ ਸਾਂਦੈ ਜਿਸ ਪਾਸ ਬੈਠਿਆ ਸਭਨਾ ਦਾਵੇ ਜਿਸ ਪਾਸ ਬੈਠਿਆ ਸੋਇ ਸਭਨਾ ਦਾ ਵਿਸਾਹੋ। ਔਤਰ ਜਨਮ ਤੇ ਗੁਜਰੀ ਹਰਖਤ ਦੇਤ ਦਰਬ ਕੋ ਜੋ ਦਰਿਆਏ ਉਤਸਵ ਕਰਤ ਮਿਲੀ ਪਿਕ ਬੈਨੀ ਮਧੁਰ ਮਧੁਰ ਸੁਰਗੀ ਤਨ ਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਸਤ ਸੰਗਤ ਦੇ ਸੁਭਾਗ ਸਮੇਂ ਸਾਨੂੰ ਬਖਸ਼ਿਸ਼ ਕੀਤੇ। ਆਪ ਸੰਗਤਾਂ ਗੁਰੂ ਕੀ ਬਾਣੀ ਆਰਤੀ ਆਰਤਾ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਇਹ ਬਚਨ ਸਰਵਣ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਮਾਤਾ ਸਾਹਿਬ ਮਾਤਾ ਸੁੰਦਰੀ ਜੀਆਂ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀਆਂ ਦਾ ਜਨਮ ਹੋਇਆ ਹੈ। ਬੇਅੰਤ ਸੰਗਤਾਂ ਵਧਾਈ ਦੇਣ ਵਾਸਤੇ ਮਾਤਾ ਗੁਜਰੀ ਜੀਆਂ ਦੇ ਦਰ 'ਤੇ ਪਹੁੰਚੀਆਂ ਹੋਈਆਂ। ਇਤਿਹਾਸ ਬਚਨ ਆਪਾਂ ਸਰਵਣ ਕਰ ਰਹੇ ਸੀ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਔਤਰ ਜਨਮ ਤੇ ਗੁਜਰੀ ਹਰਖਤ ਦੇਖ ਦਰਬ ਕੋ ਜੋ ਦਰ ਆਏ। ਘਰ ਦੇ ਵਿੱਚ ਪੋਤਰੇ ਦੀ ਦਾਤ ਪ੍ਰਾਪਤ ਹੋਈ ਮਾਤਾ ਗੁਜਰੀ ਜੀਆਂ ਨੂੰ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਵਿੱਚ ਮਾਤਾ ਸੁੰਦਰੀ ਜੀਆਂ ਦੀ ਕੁੱਖ ਨੂੰ ਭਾਗ ਲਾਇਆ। ਬਾਬਾ ਅਜੀਤ ਸਿੰਘ ਦਾ ਜਨਮ ਹੋਇਆ। ਇਸ ਖੁਸ਼ੀ ਵਿੱਚ ਮਾਤਾ ਗੁਜਰੀ ਜੀ ਬੇਅੰਤ ਧਨ ਜਿਹੜਾ ਹੈ ਨਾ ਲੋੜਵੰਦਾਂ ਨੂੰ ਉਸ ਵੇਲੇ ਵੰਡਦੇ ਪਏ ਹਨ। ਉਤਸਵ ਕਰਤ ਮਿਲੀ ਪਿਕ ਬੈਨੀ ਮਧੁਰ ਮੁਦਰ ਸੁਰਗੀ ਤਨ ਗਾਏ। ਕਹਿਣ ਲੱਗੇ ਬੜੀ ਸੋਹਣੀ ਆਵਾਜ਼ ਵਾਲੀਆਂ ਜਿਹੜੀਆਂ ਔਰਤਾਂ ਨੇ ਮਿਲ ਕੇ ਬੈਠਦੀਆਂ, ਬੜੇ ਮਿੱਠੇ ਮਿੱਠੇ ਗੀਤ ਜਿਹੜੇ ਨੇ ਖੁਸ਼ੀਆਂ ਦੇ ਗਾ ਗਾ ਕੇ ਉਸ ਵੇਲੇ ਸੁਣਾਏ ਜਾਂਦੇ। ਗੁਰਮੁਖੋ ਬਚਨ ਇਹ ਹੈ, ਪਿਛੇ ਇਤਿਹਾਸ ਵਿੱਚ ਵੀ ਆਪਾਂ ਇਹ ਬਚਨ ਸਰਵਣ ਕੀਤੇ। ਲੌਕਿਕ ਅਤੇ ਵੈਦਿਕ ਰੀਤੀ ਹੁੰਦੀ ਹੈ। ਵੈਦਿਕ ਰੀਤ ਕਿਹਾ ਜਾਂਦਾ ਜੋ ਵੇਦਾਂ ਗ੍ਰੰਥਾਂ ਵਿੱਚ ਲਿਖੀ ਹੋਵੇ, ਜਾਂ ਆਪਾਂ ਇਹ ਕਹਿ ਲਈਏ ਜੋ ਧਰਮ ਕਹਿੰਦਾ ਹੈ ਉਹ ਗ੍ਰੰਥਾਂ ਵਿੱਚ ਲਿਖਿਆ। ਕੁਝ ਕਾਰਜ ਉਹ ਨੇ ਜਿਹੜੇ ਸਾਨੂੰ ਧਰਮ ਦੇ ਮੁਤਾਬਕ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਵਿਧੀ ਦੇ ਵਿੱਚ ਮਰਿਆਦਾ ਵਿੱਚ ਕਰਨੇ ਪੈਂਦੇ। ਕੁਝ ਕਾਰਨ ਉਹ ਹੁੰਦੇ ਨੇ ਜਿਹੜੇ ਲੌਕਿਕ ਨੇ। ਲੌਕਿਕ ਹੁੰਦਾ ਜੋ ਖਾਨਦਾਨ ਵਿੱਚ ਚੱਲਦੇ ਆਉਂਦੇ, ਜੋ ਪਰੰਪਰਾ ਹੁੰਦੀ ਹੈ ਖਾਨਦਾਨ ਦੀ, ਪਰਿਵਾਰਾਂ ਦੀ, ਪਿੰਡ ਦੀ ਕੋਈ ਮਰਿਆਦਾ ਜਾਂ ਇਲਾਕੇ ਦੀ ਕੋਈ ਮਰਿਆਦਾ ਹੁੰਦੀ ਹੈ, ਉਹਦੇ ਮੁਤਾਬਕ ਕਾਰਜ ਕਰਨੇ, ਉਸ ਨੂੰ ਲੌਕਿਕ ਰੀਤੀ ਕਿਹਾ ਜਾਂਦਾ, ਲੋਕਾਚਾਰ। ਅੱਜ ਵੀ ਆਪਾਂ ਦੇਖਦੇ ਹਾਂ ਕਿਸੇ ਦੇ ਘਰ ਵਿੱਚ ਪੁੱਤਰ ਪ੍ਰਾਪਤ ਹੋਵੇ, ਉੱਥੇ ਕਈ ਨੱਚਣ ਵਾਲੇ, ਕਈ ਖੁਸ਼ੀ ਮਨਾਉਣ ਵਾਲੇ, ਮਾਮੇ ਚਾਚੇ ਤਾਏ ਹੋਰ ਜਿੰਨੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ, ਉਤਸਵ ਹੁੰਦੇ,
ਖੁਸ਼ੀਆਂ ਮਨਾਈਆਂ ਜਾਂਦੀਆਂ, ਹੱਸਿਆ ਜਾਂਦਾ ਹੈ, ਕਈ ਤਰ੍ਹਾਂ ਦੇ ਸੋਹਣੇ ਗੀਤ ਗਾਏ ਜਾਂਦੇ। ਇਹ ਲੌਕਿਕ ਰੀਤੀ ਹੈ। ਗੁਰੂ ਘਰ ਦੇ ਵਿੱਚ ਵੀ ਪੁੱਤਰ ਪ੍ਰਾਪਤ ਹੋਇਆ, ਮਾਤਾ ਗੁਜਰੀ ਜੀਆਂ ਦੇ ਕੋਲ ਆ ਕੇ ਬੇਅੰਤ ਬੀਬੀਆਂ ਨੇ ਵਧਾਈ ਦਿੱਤੀ ਹੈ। ਨਾਲੇ ਖੁਸ਼ੀਆਂ ਦੇ ਗੀਤ ਜਿਹੜੇ ਨੇ ਉਸ ਵੇਲੇ ਗਾਏ ਜਾ ਰਹੇ ਹਨ। ਕਰ ਕਰ ਆਦਰ ਸਦਨ ਬਿਠਾਵਤ, ਜਥਾ ਜੋਗ ਤਿਨ ਗਿਰਾ ਸੁਨਾਏ। ਮਾਤਾ ਗੁਜਰੀ ਜੀ ਜਿਹੜੀਆਂ ਇਸਤਰੀਆਂ ਵਧਾਈ ਦੇਣ ਆਉਂਦੀਆਂ, ਸਾਰਿਆਂ ਦਾ ਮਾਤਾ ਜੀ ਸਤਿਕਾਰ ਕਰਦੇ। ਸਤਿਕਾਰ ਦੇ ਨਾਲ ਆਪਣੇ ਘਰ ਵਿੱਚ ਬਿਠਾਉਂਦੇ ਨੇ, ਦੁੱਧ ਪਾਣੀ ਪਿਲਾਉਂਦੇ ਨੇ, ਖਾਣ ਵਾਸਤੇ ਮਠਿਆਈ ਪ੍ਰਾਪਤ ਹੁੰਦੀ ਹੈ। ਨਾਲੇ ਉਹ ਬੀਬੀਆਂ ਮਾਈਆਂ ਸਾਰੀਆਂ ਵਧਾਈ ਦਿੰਦੀਆਂ, ਆਸ਼ੀਰਵਾਦ ਦਿੰਦੀਆਂ। ਮਾਤਾ ਗੁਜਰੀ ਜੀ ਸਾਰਿਆਂ ਦਾ ਸਨਮਾਨ ਸਤਿਕਾਰ ਕਰਕੇ ਬੜੇ ਪ੍ਰਸੰਨ ਹੋ ਰਹੇ ਹਨ। ਕਮਲ ਪੱਤਰ ਸਮ ਬਿਸਤ੍ਰਿਤ ਲੋਚਨ, ਬਰਨ ਬਰਨ ਕੇ ਅੰਬਰ ਪਾਏ। ਕਹਿਣ ਲੱਗੇ ਸੋ ਬਾਬਾ ਅਜੀਤ ਸਿੰਘ ਜੀਆਂ ਦੇ ਨੇਤਰ ਜਿਹੜੇ ਨੇ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਬੜੇ ਚੌੜੇ ਤੇ ਸੁੰਦਰ ਨੇ, ਅਤੇ ਕਈ ਤਰ੍ਹਾਂ ਦੇ ਵਸਤਰ ਸੰਗਤਾਂ ਵੱਲੋਂ ਵੀ ਭੇਟ ਹੁੰਦੇ। ਸਤਿਗੁਰਾਂ ਦੇ ਘਰੇ ਸਾਹਿਬਜ਼ਾਦਾ ਪ੍ਰਾਪਤ ਹੋਇਆ ਹੈ। ਘਰਾਂ ਵਿੱਚੋਂ, ਪਰਿਵਾਰਾਂ ਵਿੱਚੋਂ ਬੀਬੀਆਂ ਵੀ ਸੋਹਣੇ ਵਸਤਰ ਬਣਾ ਕੇ ਬਾਬਾ ਅਜੀਤ ਸਿੰਘ ਨੂੰ ਪਹਿਨਾਉਣ ਵਾਸਤੇ ਲੈ ਕੇ ਆਉਂਦੀਆਂ ਹਨ। ਦੇਤ ਵਧਾਈ ਮੋਦਤ ਗੁਜਰੀ, ਕਹਿਤ ਅਸੀਸਨ ਸੀਸ ਚੜਾਏ। ਮਾਤਾ ਗੁਜਰੀ ਜੀ ਸਾਰਿਆਂ ਦੀ ਵਧਾਈ ਲੈ ਰਹੇ ਨੇ, ਆਖਦੇ 100 ਗੁਣਾ ਤੁਹਾਨੂੰ ਵੀ ਵਧਾਈ ਹੋਵੇ। ਜਦੋਂ ਕੋਈ ਵਧਾਈ ਦਿੰਦਾ ਨਾ, ਆ ਕੇ ਮੁਬਾਰਕ ਦਿੰਦਾ, ਤੇ ਮਾਤਾ ਗੁਜਰੀ ਜੀ ਆਖਦੇ 100 ਗੁਣਾ ਤੁਹਾਨੂੰ ਵੀ ਇਹ ਮੁਬਾਰਕ ਹੋਵੇ, ਤੁਹਾਨੂੰ ਵੀ ਵਧਾਈ ਹੋਵੇ, ਤੁਹਾਡੀ ਇਹ ਵਧਾਈ ਸਾਡੇ ਸਿਰ ਮੱਥੇ ਹੈ। ਐਸੇ ਬਚਨ ਕਹਿ ਕੇ ਮਾਤਾ ਗੁਜਰੀ ਜੀ ਸਤਿਕਾਰ ਦਿੰਦੇ ਹਨ। ਦੇਤ ਦੂਬ ਕੋ ਦੇਖ ਹੂਬ ਕੋ, ਦਰ ਪਰ ਫੂਲਨ ਮਾਲ ਬੰਧਾਏ। ਅਤੇ ਦਰਵਾਜ਼ੇ ਦੇ ਉੱਪਰ ਕਹਿਣ ਲੱਗੇ ਬੜੀਆਂ ਸੋਹਣੀਆਂ ਵੇਲਾਂ ਲੜੀਆਂ ਬੰਨੀਆਂ ਗਈਆਂ, ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ, ਖੁਸ਼ੀ ਨੂੰ ਵੰਡਣ ਵਾਸਤੇ ਸੋਹਣੇ ਦਰਵਾਜ਼ੇ ਜਿਹੜੇ ਉਹ ਸ਼ਿੰਗਾਰੇ ਗਏ, ਬਣਾਏ ਗਏ ਹਨ। ਨਾਚ ਹੀਜ ਫਿਰ ਲੇਤ ਪਵਾਲੀ, ਟਲਕਾ ਤਾਲੀ ਮੇਲ ਵਜਾਏ। ਇਸੇ ਤਰ੍ਹਾਂ ਨੂੰ ਕਹਿਣ ਲੱਗੇ ਜਿਹੜੇ ਨੱਚਣ ਵਾਲੇ ਨੇ ਨਾ, ਉਹ ਵੀ ਆ ਗਿਆ ਗੁਰੂ ਦਰ ਦੇ ਉੱਪਰ, ਆ ਕੇ ਨੱਚਦੇ ਨੇ, ਗੋਲ ਗੋਲ ਚੱਕਰ ਕੱਢਦੇ ਨੇ, ਕਈ ਤਰ੍ਹਾਂ ਦੀਆਂ ਵਧਾਈਆਂ ਦਿੰਦੇ ਹਨ। ਸ਼੍ਰੀ ਸਤਿਗੁਰ ਸਮੀਪ ਜੋ ਮੰਗਤ ਮਨ ਭਾਵਤ ਕੋ ਪਾਏ ਸਿਧਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਕੋਲ ਮੰਗਤੇ ਆਉਂਦੇ ਨੇ, ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਜਿੱਥੇ ਸੰਸਾਰੀ ਧਨ ਮਿਲਦਾ ਪਿਆ ਹੈ, ਉੱਥੇ ਨਿਰੰਕਾਰ ਦੀਆਂ ਬਖਸ਼ਿਸ਼ਾਂ ਵੀ ਪ੍ਰਾਪਤ ਹੁੰਦੀਆਂ ਪਈਆਂ। ਮਨ ਇੱਛਤ ਧਨ ਤੇ ਮਨ ਇੱਛਤ ਪਦਾਰਥ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਖਸ਼ਦੇ ਹਨ। ਦਰਬ ਪਟੰਬਰ ਲੇਤ ਭੂਖਨ, ਮਿਲੇ ਨਾਰ ਨਰਗਨ ਚਿਤ ਚਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਦਰਬ ਪਟੰਤਰ, ਜੇ ਕੋਈ ਮਾਇਆ ਦੀ ਮੰਗ ਕਰਦਾ ਤੇ ਉਸ ਨੂੰ ਮਾਇਆ ਮਿਲਦੀ ਹੈ। ਜੇ ਕੋਈ ਆ ਕੇ ਆਖਦਾ ਮਹਾਰਾਜ ਮੈਨੂੰ ਕੱਪੜਾ ਸੋਹਣਾ ਵਸਤਰ ਚਾਹੀਦਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰ ਤੋਂ ਸੋਹਣੇ ਵਸਤਰ ਮਿਲਦੇ। ਜੇ ਕੋਈ ਆ ਕੇ ਆਖਦਾ ਮਹਾਰਾਜ ਮੈਨੂੰ ਕੋਈ ਗਹਿਣਾ ਚਾਹੀਦਾ, ਤੇ ਗਹਿਣੇ ਵੀ ਪ੍ਰਾਪਤ ਹੁੰਦੇ। ਇਸ ਤਰ੍ਹਾਂ ਇਸਤਰੀਆਂ ਤੇ ਮਰਦ ਜਿਹੜੇ ਨੇ ਬੜੀ ਖੁਸ਼ੀ ਦੇ ਨਾਲ ਚਾਅ ਨੂੰ ਮਨਾ ਰਹੇ ਹਨ। ਸਿੰਘ ਪੌਰ ਪਰ ਠੌਰ ਨਾ ਪ੍ਰਾਪਤ, ਭੀਰ ਅਧ ਕੋਹੇ ਰੌਰ ਗੁਰੂ ਘਰ ਦੇ ਦਰਵਾਜ਼ੇ ਦੇ ਉੱਪਰ ਕਹਿਣ ਲੱਗੇ ਗੁਰਮੁਖੋ ਖੜਨ ਵਾਸਤੇ ਜਗ੍ਹਾ ਨਹੀਂ ਮਿਲਦੀ ਪਈ, ਇੰਨੀ ਭੀੜ ਹੈ ਸੰਗਤ ਦੀ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਹੀ ਲੱਗ ਗਿਆ। ਜਿਸ ਤਰ੍ਹਾਂ ਮੰਨ ਲਓ ਕਿ ਬਹੁਤ ਵੱਡੇ ਮੇਲੇ ਦੇ ਵਿੱਚ ਕੋਈ ਲੰਗਰ ਚੱਲਦਾ ਹੋਵੇ ਤੇ ਉਹ ਦਰਵਾਜ਼ਾ ਬੰਦ ਹੋ ਜਾਂਦਾ, ਲੰਗਰ ਵਾਲਾ ਸੰਗਤ ਜ਼ਿਆਦਾ ਇਕੱਠੀ ਹੋ ਜਾਂਦੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਹੈ, ਉਸ ਦਰਵਾਜ਼ੇ ਦੇ ਉੱਪਰ ਸੰਗਤਾਂ ਦੀ ਇੰਨੀ ਭੀੜ ਹੈ ਵੀ ਖੜੇ ਹੋਣ ਵਾਸਤੇ ਵੀ ਜਗ੍ਹਾ ਨਹੀਂ ਹੈ। ਜਹ ਕਹਤੇ ਸੁਨ ਸੁਨ ਬਵਾਏ, ਦੇਨ ਵਿਸਾਲ ਸੁਜਸ ਬਿਰਦਾਏ। ਜਿੱਥੋਂ ਕਿਥੋਂ ਕਿਸੇ ਨੂੰ ਪਤਾ ਲੱਗਾ, ਦੂਰੋਂ ਨੇੜਿਓਂ ਚੱਲ ਕੇ ਬੇਅੰਤ ਸੰਗਤਾਂ ਆਈਆਂ ਹਨ। ਕਰੈ ਮੰਗਲਾਚਾਰ ਕਨੇਰੇ, ਜੁਗਤੇ ਆਨੰਦ ਸ਼ਬਦ ਕੋ ਗਾਏ। ਸਾਰੀਆਂ ਸੰਗਤਾਂ ਮੰਗਲਾਚਾਰ ਕਰਦੀਆਂ, ਉਸ ਵੇਲੇ ਖੁਸ਼ੀ ਮਨਾਉਂਦੀਆਂ, ਤੇ ਗੁਰਮਤਿ ਦੇ ਮੁਤਾਬਕ ਗੁਰਬਾਣੀ ਦੇ ਸ਼ਬਦ, ਸਾਚੇ ਸਤਿਗੁਰ ਦੀਆ ਭੇਜ, ਐਸੇ ਜਿਹੜੇ ਸ਼ਬਦ ਗੁਰਬਾਣੀ ਦੇ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ। ਇਹ ਜਿਹੜੇ ਬਚਨ ਸ਼ਬਦ ਨੇ ਗੁਰਬਾਣੀ ਦੇ ਪੜ੍ਹ ਕੇ ਸੰਗਤਾਂ ਗਾਇਨ ਕਰਦੀਆਂ ਹਨ। 10 ਦਿਨ ਬੀਤੇ, ਸ਼੍ਰੀ ਗੁਜਰੀ ਦਇਆ ਰਾਮ ਕੋ ਪਠਿਆ ਸੁਨਾਏ। ਜਦੋਂ ਇਸ ਤਰ੍ਹਾਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀਆਂ ਨੂੰ ਜਨਮ ਲੈ ਨੂੰ 13 ਦਿਨ ਹੋ ਗਏ, ਉਸ ਵੇਲੇ ਮਾਤਾ ਗੁਜਰੀ ਜੀਆਂ ਨੇ ਸੁਨੇਹਾ ਭੇਜ ਕੇ ਜੋ ਦਇਆ ਰਾਮ ਪੁਰੋਹਿਤ ਉਸ ਨੂੰ ਬੁਲਾਇਆ ਹੈ। ਸ਼੍ਰੀ ਮੁਖ ਤੇ ਸੁਤ ਨਾਮ ਧਰੋ ਕੋ, ਜੋ ਗੁਰਬੰਸ ਵਿਖੈ ਦੁੱਤ ਪਾਏ। ਸੋ ਉਸ ਵੇਲੇ ਬਚਨ ਹੋਇਆ, ਬੇਨਤੀ ਹੋਈ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਪੁੱਤਰ ਦਾ ਨਾਮਕਰਨ ਕਰੋ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਾਮ ਆਪਣੇ ਪੁੱਤਰ ਦਾ ਆਪ ਰੱਖਿਆ, ਨਾਮ ਰੱਖਿਆ ਅਜੀਤ ਸਿੰਘ, ਜਿਸ ਦੇ ਨਾਮ ਤੋਂ ਇਹ ਭਾਵ ਲੈਣਾ ਜਿਹੜਾ ਨਾਂ ਜਿੱਤਿਆ ਜਾਣ ਵਾਲਾ।
ਵੈਸੇ ਤੇ ਗੁਰਮੁਖੋ ਇਹ ਥੋੜੇ ਪ੍ਰਸੰਗ ਜਿਹੜੇ ਇਤਿਹਾਸ ਦੇ ਅੱਗੇ ਪਿੱਛੇ ਹੋਣ ਕਰਕੇ ਇਹ ਕਥਾ ਅਨੰਦਪੁਰ ਸਾਹਿਬ ਦੇ ਨਾਲ ਜੋੜ ਦਿੱਤੀ ਗਈ ਹੈ। ਪਰ ਅਸਲ ਵਿੱਚ ਬਾਬਾ ਅਜੀਤ ਸਿੰਘ ਜੀਆਂ ਦਾ ਜਨਮ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ, ਪਰ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਉਂਟਾ ਸਾਹਿਬ ਦਾ ਜੰਗ ਲੜਦੇ ਪਏ ਸਨ। ਇੱਧਰੋਂ ਜੰਗ ਦੇ ਵਿੱਚ ਫਤਿਹ ਪ੍ਰਾਪਤ ਹੋਈ, ਉੱਧਰੋਂ ਅਨੰਦਪੁਰ ਸਾਹਿਬ ਤੋਂ ਸੁਨੇਹਾ ਪ੍ਰਾਪਤ ਹੋ ਗਿਆ, ਮਹਾਰਾਜ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਧਰੋਂ ਜੰਗ ਵਿੱਚੋਂ ਜਿੱਤੇ ਆ, ਇੱਧਰੋਂ ਇਹ ਖੁਸ਼ਖਬਰੀ ਮਿਲੀ ਆ, ਉੱਧਰੋਂ ਪੁੱਤਰ ਦੀ ਪ੍ਰਾਪਤੀ ਹੋਈ, ਨਾਮ ਵੀ ਅਜੀਤ ਹੀ ਰੱਖਿਆ। ਜਿੱਤਣ ਦੀ ਖੁਸ਼ੀ ਦੇ ਵਿੱਚ ਮਹਾਰਾਜ ਨੇ ਨਾਮਕਰਨ ਕੀਤਾ ਹੈ। ਆਏ ਸਭਾ ਮੈਂ ਬਿਪਰ ਭਨਿਓ ਜਬ ਮਾਤਾ ਇਸ ਵਿਧਵਾ ਕੇ ਲਾਏ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਜਦੋਂ ਸੁਨੇਹਾ ਪਹੁੰਚਿਆ ਤੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਸ੍ਰੀ ਕਲਗੀਧਰ ਉਰ ਵਿਚਾਰ ਕਰ ਸ਼ਤਰਨ ਤੇ ਅਜੀਤ ਹੋਏ ਜਾਏ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਚੰਗੀ ਤਰ੍ਹਾਂ ਵਿਚਾਰ ਕਰਕੇ ਵੀ ਇਹ ਸ਼ਤਰੂਆਂ ਤੋਂ ਜਿੱਤਿਆ ਨਹੀਂ ਜਾਏਗਾ, ਇਸ ਨੂੰ ਕੋਈ ਜਿੱਤ ਨਹੀਂ ਸਕੇਗਾ, ਜੰਗ ਤੱਤੇ ਵਿੱਚ ਸ਼ਹੀਦੀ ਤੇ ਪ੍ਰਾਪਤ ਕਰੇਗਾ ਪਰ ਕਿਸੇ ਕੋਲੋਂ ਹਾਰ ਨਹੀਂ ਖਾਏਗਾ। ਇਹ ਵਿਚਾਰ ਕਰਕੇ ਉਸ ਵੇਲੇ ਮਹਾਰਾਜ ਜੀਆਂ ਨੇ ਜਾਂ ਤੇ ਨਾਮ ਅਜੀਤ ਸਿੰਘ ਧਰ ਪਠਿਓ ਮਾਤ ਢਿਗ ਦਿਸਵਰ ਸੋਏ। ਇਸ ਕਰਕੇ ਸਤਿਗੁਰੂ ਜੀਆਂ ਨੇ ਨਾਮ ਰੱਖਿਆ ਅਜੀਤ ਸਿੰਘ, ਆਖਿਆ ਇਹ ਜਿੱਤਿਆ ਨਹੀਂ ਜਾਏਗਾ, ਰਣ ਮੈਦਾਨ ਵਿੱਚ ਫਤਿਹ ਪਾਵੇਗਾ, ਰਣ ਮੈਦਾਨ ਵਿੱਚ ਸ਼ਹੀਦੀ ਤੇ ਪਾਵੇਗਾ, ਪਰ ਇਸ ਨੂੰ ਜਿੱਤ ਕੋਈ ਨਹੀਂ ਸਕੇਗਾ। ਇਹ ਨਾਮਕਰਨ ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪੁੱਤਰ ਦਾ ਕਰਕੇ ਉਸ ਵੇਲੇ ਘਰ ਵਿੱਚ ਸੁਨੇਹਾ ਭੇਜਿਆ, ਕਹਿਣ ਲੱਗੇ ਵੀ ਇਹ ਅਸੀਂ ਨਾਮ ਰੱਖਿਆ ਹੈ। ਹਰਖਤ ਭਈ ਸ਼ਰਾਨ ਧਰ ਤੇ ਸ਼ਨ ਗਈ ਪੋਤਰ ਕੇ ਨਿਕਟੇ ਹੋਏ। ਮਾਤਾ ਗੁਜਰੀ ਜੀਆਂ ਨੂੰ ਜਦੋਂ ਪਤਾ ਲੱਗਾ ਵੀ ਪੋਤਰੇ ਦਾ ਨਾਮ ਅਜੀਤ ਸਿੰਘ ਰੱਖਿਆ ਹੈ, ਮਾਤਾ ਜੀ ਸੁਣ ਕੇ ਬੜੇ ਖੁਸ਼ ਹੋਏ ਅਤੇ ਜਿਸ ਸਥਾਨ ਦੇ ਉੱਪਰ ਪੁੱਤਰਾ ਲੰਮੇ ਪਾਇਆ ਮੰਜੇ ਦੇ ਉੱਪਰ, ਉੱਥੇ ਮਾਤਾ ਜੀ ਪਹੁੰਚੇ ਹਨ। ਸਭ ਹਨ ਮੈਂ ਤਬ ਨਾਮ ਸੁਨਾਇਓ ਸੁਨਤ ਆਨੰਦ ਭਏ ਸਭ ਕੋਏ। ਮਾਤਾ ਗੁਜਰੀ ਜੀਆਂ ਨੇ ਜਿੰਨੀ ਸੰਗਤ ਬੈਠੀ ਹੈ ਸਾਰਿਆਂ ਨੂੰ ਉੱਚੀ ਬੋਲ ਕੇ ਆਪਣੇ ਪੋਤਰੇ ਦਾ ਨਾਮ ਦੱਸਿਆ। ਸੰਗਤਾਂ ਵੀ ਪੁੱਛ ਰਹੀਆਂ ਨੇ ਉਸ ਵੇਲੇ ਵੀ ਮਾਤਾ ਜੀ ਕੀ ਰੱਖਿਆ ਪੋਤਰੇ ਦਾ ਨਾਮ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਡੇ ਪੁੱਤਰ ਦਾ ਨਾਮ ਕੀ ਹੈ। ਮਾਤਾ ਗੁਜਰੀ ਜੀ ਉਸ ਵੇਲੇ ਉੱਚੀ ਬੋਲ ਕੇ ਸਾਰਿਆਂ ਨੂੰ ਸੁਣਾਇਆ, ਕਹਿਣ ਲੱਗੇ ਇਹਦਾ ਨਾਮ ਅਜੀਤ ਸਿੰਘ ਜਿਹੜਾ ਹੈ, ਇਹ ਨਾਮ ਇਹਦਾ ਨਾਮਕਰਨ ਹੋਇਆ ਹੈ। ਦਿਨ ਪ੍ਰਤ ਲਾਲਤ ਅਨਕ ਪ੍ਰਕਾਰ ਹੇਮ ਭੂਖਨ ਕੋ ਕਰਵਾਏ। ਮਾਤਾ ਸਾਹਿਬ ਮਾਤਾ ਗੁਜਰੀ ਜੀ ਪੋਤਰੇ ਨੂੰ ਬੜਾ ਡਾਢਾ ਪਿਆਰ ਕਰਦੇ, ਕਹਿਣ ਲੱਗੇ ਦਿਨ ਪ੍ਰਾਤ ਨਵੇਂ ਤੋਂ ਨਵੇਂ ਸੋਹਣੇ ਕੱਪੜੇ ਹੱਥੀਂ ਬਣਵਾ ਕੇ ਮਾਤਾ ਜੀ ਪਵਾਉਂਦੇ, ਸੋਹਣੇ ਗਹਿਣੇ ਕਢਵਾ ਕੇ ਸੁਨਿਆਰੇ ਦੇ ਕੋਲੋਂ ਬਣਵਾ ਕੇ ਆਪਣੇ ਪੋਤਰੇ ਨੂੰ ਪਹਿਨਾਉਂਦੇ ਹਨ। ਚਟਤ ਜਵਾਹਰ ਜ਼ੇਬ ਜਬਰਜਨ ਪੱਗ ਨੂਪਰ ਅਰ ਕਟਕ ਬਣਾਏ। ਕਹਿਣ ਲੱਗੇ ਲੱਕ ਦੇ ਨਾਲ ਬੜੇ ਸੋਹਣੇ ਘੁੰਗਰੂ ਬੱਧੇ ਗਏ ਨੇ, ਬੜੇ ਸੋਹਣੇ ਗਹਿਣੇ ਸੋਨੇ ਦੇ ਕੜੇ ਬਣਾ ਕੇ ਉਹਦੇ ਵਿੱਚ ਨਿੱਕੇ ਨਿੱਕੇ ਹੀਰੇ ਮੋਤੀ ਜੜੇ ਹੋਏ ਐਸੇ ਸੁੰਦਰ ਕੰਗਣ ਜਿਹੜੇ ਹੱਥ ਵਿੱਚ ਪਹਿਨੇ ਗਏ ਹਨ। ਸ਼ਦਰ ਘੰਟਕਾ ਬਨੀ ਮਨੋਹਰ ਸਿਰ ਫੂਲ ਧਰਿਓ ਦੁੱਤ ਪਾਏ। ਕਹਿਣ ਲੱਗੇ ਸਿਰ ਦੇ ਉੱਪਰ ਇੱਕ ਗਹਿਣਾ ਜਿਸ ਨੂੰ ਸਿਰ ਫੂਲ ਕਿਹਾ ਜਾਂਦਾ, ਸਿਰ ਤੇ ਪਾਉਣ ਵਾਲਾ ਬੜਾ ਸੋਹਣਾ ਇੱਕ ਗਹਿਣਾ ਤਿਆਰ ਕਰਵਾਇਆ ਹੈ। ਇਸੇ ਤਰ੍ਹਾਂ ਲੱਕ ਦੇ ਨਾਲ ਬੜੇ ਸੋਹਣੇ ਘੁੰਗਰੂ ਵਗੈਰਾ ਬੱਧੇ ਹੋਏ ਜਿਨ੍ਹਾਂ ਦੀ ਛਣਕਾਹਟ ਦੀ ਆਵਾਜ਼ ਜਿਹੜੀ ਆਉਂਦੀ ਹੈ। ਸੂਖਮ ਝੀਨ ਨਵੀਨ ਬਸਨ ਸ਼ੁਭ ਪਹਿਰਾਵਤ ਪੌਤਰੇ ਹਰਖਾਏ। ਮਾਤਾ ਜੀ ਬੜੇ ਸੋਹਣੇ ਬਰੀਕ ਕੱਪੜੇ ਪਤਲੇ ਕੱਪੜੇ ਜਿਹੜੇ ਬੜੇ ਸੁੰਦਰ ਆਪਣੇ ਪੋਤਰੇ ਨੂੰ ਪਹਿਨਾ ਕੇ ਬੜੇ ਖੁਸ਼ ਹੁੰਦੇ ਹਨ। ਇਸ ਪ੍ਰਕਾਰ ਦਿਨ ਕੇਤਕ ਬੀਤੇ ਸੰਗਤ ਦਿਵਸ ਪੂਰਵ ਕੋ ਜਾਨ। ਗੁਰਮੁਖੋ ਇਸ ਤਰ੍ਹਾਂ ਚੱਲਦਿਆਂ ਕਈ ਦਿਨ ਬਤੀਤ ਹੋ ਗਏ, ਇੰਨੇ ਚਿਰ ਨੂੰ ਜਿਹੜਾ ਦਿਨ ਹੈ ਨਾ ਗੁਰਪੂਰਬ ਦਾ ਆ ਕੇ ਗੁਰੂ ਘਰੇ ਪਹੁੰਚਾ ਹੈ। ਚੌਂ ਦਿਸ ਤੇ ਉਮੜੀ ਹਿਤ ਦਰਸ਼ਨ ਲਏ ਅਕੋਰਨ ਪਹੁੰਚੇ ਆਨ। ਚਾਰ ਸਪੇਰੇ ਤੋਂ ਬੇਅੰਤ ਸੰਗਤਾਂ ਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ ਹਨ। ਦਰਸ਼ਨ ਦੇਨ ਹੇਤ ਸ੍ਰੀ ਸਤਿਗੁਰ ਬੈਠ ਗਏ ਉੱਚੇ ਅਸਥਾਨ। ਸਤਿਗੁਰੂ ਪਾਤਸ਼ਾਹ ਦੀ ਦਰਸ਼ਨ ਦੇਣ ਵਾਸਤੇ ਉੱਚੀ ਥਾਂ ਤੇ ਅੱਜ ਆਪ ਜੀ ਦਰਸ਼ਨ ਕਰਦੇ ਹੋ ਨਾ, ਕੇਸਗੜ੍ਹ ਸਾਹਿਬ ਜੀਆਂ ਤਖਤ ਸਾਹਿਬ ਦੇ ਦਰਸ਼ਨ ਕਰਦੇ, ਉਹਦੇ ਨਾਲ ਹੀ ਇੱਕ ਬੜਾ ਉੱਚਾ ਸਾਰਾ ਗੁਰੂ ਘਰ ਬਣਿਆ ਹੋਇਆ ਬੜੀ ਉੱਚੀ ਥਾਂ ਦੇ ਉੱਪਰ। ਕਹਿਣ ਲੱਗੇ ਇੱਥੇ ਮਹਾਰਾਜ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਹਨ। ਭਈ ਸਭਨ ਸੁਧ ਸੁਨ ਸਗਰੇ ਉਪਜਿਓ ਹਿਰਦੈ ਹਰਖ ਮਹਾਨ। ਇਧਰੋਂ ਮੇਲਾ ਆ ਗਿਆ, ਗੁਰਪੁਰਬ ਆ ਗਿਆ, ਉਧਰੋਂ ਸੰਗਤਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ।
ਸੰਗਤਾਂ ਬੜੀਆਂ ਖੁਸ਼ ਹੋ ਕੇ ਪ੍ਰਸੰਨ ਹੋ ਕੇ ਮਹਾਰਾਜ ਦੇ ਕੋਲ ਆਉਂਦੀਆਂ ਹਨ। ਮੇਲਾ ਭਇਓ ਸਕੇਲਨ ਦੀਰਘ ਧਰੈ ਅਕੂਰਨ ਅਨਕ ਪ੍ਰਕਾਰ। ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਮੇਲਾ ਹੋਇਆ। ਬੇਅੰਤ ਸੰਗਤਾਂ ਭਟਾਵਾਂ ਅਰਪਣ ਕਰਦੀਆਂ ਹਨ। ਮੁਖ ਮਸੰਦ ਲੈ ਲੈ ਸੰਗ ਸੰਗਤ ਪਹੁੰਚੇ ਸਤਿਗੁਰ ਕੇ ਦਰਬਾਰ। ਸਤਿਗੁਰਾਂ ਦੇ ਘਰ ਦੇ ਜਿਹੜੇ ਮਸੰਦ ਨੇ ਜਥੇਦਾਰ ਵੱਖ-ਵੱਖ ਇਲਾਕਿਆਂ ਦੇ ਬੇਅੰਤ ਸੰਗਤਾਂ ਲੈ ਕੇ ਇਕੱਠੀਆਂ ਕਰ ਕੇ ਲਿਆਉਂਦੇ। ਜਥਿਆਂ ਦੇ ਜਥੇ ਸੰਗਤ ਦੇ ਪਹੁੰਚਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਸੰਗਤਾਂ ਨਕਮਸਤਕ ਹੁੰਦੀਆਂ ਹਨ। ਕਿਤਕ ਵਿਭੂਖਨ ਚਾਮੀ ਕਰਕੇ ਅਜੀਤ ਸ਼੍ਰੀ ਅਜੀਤ ਸਿੰਘ ਹਿਤ ਦੁੱਤ ਚਾਰ। ਹੁਣ ਸੰਗਤਾਂ ਨੂੰ ਪਤਾ ਵੀ ਮਹਾਰਾਜ ਦੇ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ। ਸੰਗਤਾਂ ਜਿਹੜੇ ਇਲਾਕੇ ਵਿੱਚੋਂ ਕੋ ਆਇਆ, ਕੋਈ ਸੋਨੇ ਦੇ ਗਹਿਣੇ ਬਣਾ ਕੇ ਲਿਆਇਆ ਸਾਹਿਬਜ਼ਾਦੇ ਵਾਸਤੇ, ਕੋਈ ਚਾਂਦੀ ਦੇ ਗਹਿਣੇ ਬਣਾ ਕੇ ਲਿਆਇਆ। ਇਸੇ ਤਰ੍ਹਾਂ ਕੋਈ ਹੀਰਿਆਂ ਨੂੰ ਵਿੱਚ ਜੜ ਕੇ ਸੋਨੇ ਦੇ ਐਸੇ ਸੁੰਦਰ ਗਹਿਣੇ ਬਣਾ ਕੇ ਸੰਗਤਾਂ ਲੈ ਕੇ ਆਈਆਂ ਹਨ। ਲਿਆਵਤ ਭਏ ਅਰਪ ਤੇ ਆਗੇ ਅਪਰ ਦਰਬ ਬਹੁ ਹਾਏ ਹਥਿਆਰ। ਇਸ ਤਰ੍ਹਾਂ ਲਿਆ ਕੇ ਭੇਟਾ ਕਰਦੇ। ਬੇਅੰਤ ਧਨ ਵੀ ਉਸ ਵੇਲੇ ਭੇਟ ਹੋਇਆ ਹੈ। ਲਗੇ ਅੰਬਾਰ ਅਕੂਰਨ ਕੇ ਬਹੁ ਪੁਰੈ ਕਾਮਨਾ ਜਿਮ ਜਿਸ ਕਾਨ। ਸਤਿਗੁਰਾਂ ਦੇ ਸਾਹਮਣੇ ਭੇਟਾ ਦੇ ਬਹੁਤ ਵੱਡੇ ਢੇਰ ਲੱਗ ਗਏ। ਮਹਾਰਾਜ ਸਾਰਿਆਂ ਦੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਕਰੋ ਮੇਵਰੋ ਕਰ ਅਰਦਾਸਨ ਗੁਰੂ ਬਿਲੋਕੈ ਕਰੁਣਾ ਭੀਨ। ਬੇਵੜਾ ਸਿੱਖ ਮਹਾਰਾਜ ਜੀਆਂ ਦੇ ਸਾਹਮਣੇ ਅਰਦਾਸੀਆ ਖਲੋ ਕੇ ਅਰਦਾਸ ਕਰਦਾ। ਮਹਾਰਾਜ ਫਲਾਣੇ ਇਲਾਕੇ ਦੀ ਸੰਗਤ ਆਈ ਹੈ, ਇਹ ਸੰਗਤ ਵੱਲੋਂ ਕੱਪੜੇ ਭੇਟ ਹੋਏ ਨੇ, ਇਹ ਸੰਗਤ ਵੱਲੋਂ ਮਹਾਰਾਜ ਘੋੜੇ ਭੇਟ ਹੋਏ, ਇਹ ਸੰਗਤ ਵੱਲੋਂ ਵਸਤਰ ਭੇਟ ਹੋਏ। ਇਸ ਤਰ੍ਹਾਂ ਮਹਾਰਾਜ ਦੇ ਅਰਦਾਸੀਏ ਅਰਦਾਸ ਕਰਨ ਵਾਲੇ ਵੱਖ-ਵੱਖ ਇਲਾਕਿਆਂ ਦੀ ਸੰਗਤ ਦਾ ਨਾਮ ਲੈ ਕੇ ਅਰਦਾਸ ਕਰਦੇ ਹਨ। ਸਿੱਖ ਸੰਗਤ ਕੀ ਭੀੜ ਭਈ ਤਵ ਇੱਕ ਬੰਚਕ ਉਰ ਲਾਲਚ ਪੀਨ। ਜਦੋਂ ਗੁਰਮੁਖੋ ਸਿੱਖ ਸੰਗਤਾਂ ਦੀ ਬਹੁਤੀ ਭੀੜ ਹੋ ਗਈ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ, ਇਹ ਭੀੜ ਦੇ ਵਿੱਚ ਇੱਕ ਠੱਗ ਆ ਗਿਆ ਤੇ ਠੱਗ ਦੇ ਮਨ ਵਿੱਚ ਲਾਲਚ ਆ ਗਿਆ ਵੀ ਸੰਗਤਾਂ ਇਕੱਠੀਆਂ ਹੋ ਗਈਆਂ, ਬੇਅੰਤ ਮਾਇਆ ਆ ਗਈ ਹੈ ਤੇ ਬਹੁਤੀ ਭੀੜ ਵਿੱਚ ਚੋਰ ਚੱਕੇ ਵੀ ਆ ਜਾਂਦੇ ਚੋਰੀ ਕਰਨ ਵਾਸਤੇ। ਕਹਿਣ ਲੱਗੇ ਸੰਗਤ ਆਈ ਹੈ ਤੇ ਇਹਦੇ ਵਿੱਚ ਇੱਕ ਬੰਚਕ ਇਹ ਠੱਗ ਆ ਗਿਆ। ਗੁਰਮੁਖੋ ਦੇ ਮਨ ਵਿੱਚ ਲਾਲਚ ਆ ਗਿਆ। ਸਤਿਗੁਰਾਂ ਦੀ ਬਹੁਤੀ ਸੰਗਤ ਦੇਖ ਕੇ ਅੰਚਰ ਬੰਦਿਓ ਕਤਰ ਧਨ ਲੀਨਸ ਉਨ ਮੇਲੇ ਮੈਂ ਵਿਚਰਤ ਚੀਨ। ਕਹਿਣ ਲੱਗੇ ਵੀ ਕਿਸੇ ਸੰਗਤ ਨੇ ਨਾ ਆਪਣੇ ਪੱਲੇ ਨਾਲ ਧਨ ਬੱਧਾ ਸੀ। ਪਹਿਲੇ ਸਮੇਂ ਵਿੱਚ ਮਾਈਆਂ ਬੀਬੀਆਂ ਚੁੰਨੀ ਦੇ ਪੱਲੇ ਦੇ ਨਾਲ ਮਾਇਆ ਬੰਨ੍ਹ ਲੈਂਦੀਆਂ, ਜਾਂ ਆਪਣੀ ਜੇਬ ਦੇ ਵਿੱਚ ਪਾ ਲੈਣਾ, ਜਾਂ ਇਸੇ ਤਰ੍ਹਾਂ ਆਪਣੇ ਪਰਨੇ ਦੇ ਨਾਲ ਕਿਸੇ ਭਾਈ ਨੇ ਮਾਈ ਨੇ ਧਨ ਬੱਧਾ ਹੋਇਆ। ਕਹਿਣ ਲੱਗੇ ਠੱਗ ਦੀ ਨਿਗਾਹ ਪੈ ਗਈ ਤੇ ਇਹਨੇ ਛੇਤੀ ਦੇ ਨਾਲ ਉਹ ਜਿਹੜੀ ਕਤਰ ਸੀ ਨਾ ਉਹ ਕੁਤਰ ਲਈ। ਉਨੀ ਆਪਣੀ ਜਿਹੜੀ ਜਿੱਥੇ ਮਾਇਆ ਬੱਧੀ ਸੀ ਨਾ ਗੱਠ ਦੇ ਨਾਲ, ਇੰਨੀ ਗਾਠੀ ਇਹਨੇ ਕੱਟ ਲਈ ਕਿਸੇ ਚੀਜ਼ ਦੇ ਨਾਲ। ਗੱਠ ਕੱਟ ਕੇ ਤੇ ਜੇਬ ਵਿੱਚ ਪਾ ਲਈ ਮਾਇਆ ਤੇ ਫਿਰ ਹੋਰ ਮੇਲਾ ਵੇਖਣ ਲੱਗ ਪਿਆ ਵੀ ਹੋਰ ਵੀ ਕੋਈ ਇਹੋ ਜਿਹਾ ਮੁਰਗਾ ਮਿਲੇ ਤੇ ਮੈਂ ਉਹਦਾ ਵੀ ਜੇਬ ਖੀਸਾ ਕੱਟ ਲਵਾਂ। ਕਹਿਣ ਲੱਗੇ ਵੀ ਇਹ ਠੱਗ ਵੜ ਗਿਆ ਆ ਕੇ ਮੇਲੇ ਦੇ ਵਿੱਚ, ਕਿਸੇ ਮਾਈ ਭਾਈ ਦੀ ਮਾਇਆ ਕੱਟ ਕੇ ਇਸ ਨੇ ਉਹਦਾ ਜੇਬਾ ਤੇ ਆਪਣੇ ਜੇਬ ਵਿੱਚ ਪਾ ਲਈ ਹੈ। ਸਿੱਖ ਪਟ ਦੇਖ ਦੁਖੀ ਹੋਏ ਚਿੰਤਾ ਸਤਿਗੁਰ ਕੇ ਢਿੱਗ ਕੀਨੇ ਉਚਾਰ। ਕਹਿਣ ਲੱਗੇ ਵੀ ਉਹ ਜਦੋਂ ਸਿੱਖ ਨੇ ਵੇਖਿਆ ਨਾ ਮੇਰੀ ਤੇ ਸਾਰੀ ਮਾਇਆ ਹੀ ਕੋਈ ਲੈ ਗਿਆ, ਲਾਹ ਕੇ ਕੋਈ ਕੱਪੜਾ ਪਾੜ ਕੇ ਲੈ ਗਿਆ ਤੇ ਮਾਇਆ ਚਲੇ ਗਈ ਹੈ, ਉਹਦੇ ਮਨ ਵਿੱਚ ਬੜੀ ਚਿੰਤਾ ਪੈਦਾ ਹੋਈ ਵੀ ਮੈਂ ਅਜੇ ਇੰਨਾ ਸਫ਼ਰ ਪਿੱਛੇ ਘਰ ਜਾਣਾ, ਮੇਰੇ ਕੋਲ ਤੇ ਰਹਿ ਕੁਝ ਨਹੀਂ ਗਿਆ ਹੈ। ਚਿੰਤਾ ਪੈਦਾ ਹੋ ਗਈ। ਜੋ ਗੁਰੂ ਨੂੰ ਭੇਟ ਕਰਨੀ ਆ ਉਹ ਵੀ ਜਾਂਦੀ ਰਹੀ, ਜੋ ਮੈਂ ਆਪਣੇ ਘਰ ਵਾਪਸ ਲੈ ਕੇ ਜਾਣੀ ਖਰਚਾ ਕਰਨਾ ਮੇਰਾ ਉਹ ਵੀ ਜਾਂਦਾ ਰਿਹਾ। ਹੁਣ ਆਪਾਂ ਯਾਤਰਾ ਕਰਨ ਜਾਂਦੇ ਹਾਂ ਨਾ, ਜਿੰਨੀ ਮਾਇਆ ਖਰਚ ਆਉਣੀ ਉਸ ਤੋਂ ਵੀ 4 ਗੁਣਾ ਵੱਧ ਲੈ ਕੇ ਤੁਰੀਦਾ ਵੀ ਰਸਤੇ ਵਿੱਚ ਕਿਤੇ ਲੋੜ ਪੈ ਸਕਦੀ ਹੈ, ਵੱਧ ਜਾਵੇਗੀ ਤੇ ਵਾਪਸ ਲੈ ਕੇ ਆ ਜਾਵਾਂਗੇ। ਇਸ ਤਰ੍ਹਾਂ ਇਹ ਕੋਈ ਸਿੱਖ ਆਇਆ ਦੂਰੋਂ ਚੱਲ ਕੇ ਬੇਅੰਤ ਮਾਇਆ ਲੈ ਕੇ ਆਇਆ, ਜਿੰਨੀ ਖਰਚੀ ਜਾਵੇਗੀ ਬਾਕੀ ਮੈਂ ਘਰੇ ਲੈ ਆਵਾਂਗਾ। ਪਰ ਗੁਰਮੁਖੋ ਗੱਲ ਇਹ ਬਣੀ ਵੀ ਉਹ ਘਰ ਕੀ ਲੈ ਕੇ ਆਉਣੀ, ਮੇਲੇ ਵਿੱਚੋਂ ਹੀ ਕਿਸੇ ਨੇ ਉਹਦੀ ਜੇਬ ਨੂੰ ਉਹਦੇ ਕੱਪੜੇ ਨੂੰ ਕੱਟ ਕੇ ਤੇ ਮਾਇਆ ਉਹਦੀ ਖੋਲ ਲਈ। ਉਹ ਸਿੱਖ ਵਿਚਾਰਾ ਬੜੀ ਚਿੰਤਾ ਵਿੱਚ ਪੈ ਗਿਆ। ਚਿੰਤਾ ਵਿੱਚ ਪੈ ਕੇ ਤੇ ਉਸਨੇ ਸਤਿਗੁਰਾਂ ਨੂੰ ਜਾ ਕੇ ਦੱਸਿਆ। ਕਹਿਣ ਲੱਗਾ ਮਹਾਰਾਜ ਜੀ, ਮਹਾਰਾਜ ਮੇਲੇ ਮੈਂ ਪਾਪੀ ਭੀਰ ਵਿਖੈ ਇਮਠਾਨਤ ਕਰ। ਦੱਸਿਆ ਜਾ ਕੇ ਮਹਾਰਾਜ ਮੇਲੇ ਵਿੱਚ ਕੋਈ ਪਾਪੀ ਰੂਹ ਆ ਗਈ ਹੈ, ਕੋਈ ਪਾਪੀ ਬੰਦਾ ਆ ਗਿਆ। ਜਿਵੇਂ ਅੱਜ ਬਹੁਤੇ ਮੇਲਿਆਂ ਵਿੱਚ ਚੋਰੀਆਂ ਹੁੰਦੀਆਂ, ਕਲਯੁਗ ਦਾ ਬੜਾ ਭਿਆਨਕ ਸਮਾਂ ਆਈ ਤੇ ਵੱਡੀਆਂ ਤੇ ਬਹੁਤੀਆਂ ਚੋਰੀਆਂ ਹੋਣ ਲੱਗ ਪਈਆਂ। ਚੋਰੀਆਂ ਤਾਂ ਉਹਨਾਂ ਸਮਿਆਂ ਵਿੱਚ ਵੀ ਹੁੰਦੀਆਂ ਪਰ ਘੱਟ ਹੁੰਦੀਆਂ ਸਨ, ਔਰ ਗੁਰੂ ਘਰਾਂ ਦੇ ਵਿੱਚ ਤੇ ਬਹੁਤ ਘੱਟ, ਕਦੇ ਚੋਰੀ ਹੋਇਆ ਨਾ ਕਰਦੇ। ਪਰ ਜਦੋਂ ਇਹ ਪਹਿਲੀ ਚੋਰੀ ਹੋਈ ਤੇ ਸਿੱਖ ਨੇ ਜਾ ਕੇ ਦੱਸਿਆ ਮਹਾਰਾਜ ਕੋਈ ਬਹੁਤਾ ਹੀ ਪਾਪੀ ਆ ਗਿਆ,
ਜਿਹਨੇ ਗੁਰੂ ਘਰ ਆ ਕੇ ਵੀ ਇਹ ਕਰਮ ਛੱਡਿਆ ਨਹੀਂ ਹੈ। ਕਹਿਓ ਮੇਵਰੇ ਕੌਤਬ ਸ਼੍ਰੀ ਪ੍ਰਭ ਇੱਕ ਥਲ ਇਸ ਕੋ ਦੇਹੋ ਬਿਠਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਕਹਿਣ ਲੱਗੇ, ਜਿਹੜਾ ਅਰਦਾਸ ਕਰਨ ਵਾਲਾ ਸਿੱਖ ਸੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗਿਆ, ਜਿਹੜੇ ਸਿੱਖ ਦੀ ਮਾਇਆ ਕੱਟੀ ਗਈ ਹੈ ਨਾ, ਇਹਨੂੰ ਇੱਕ ਥਾਂ ਤੇ ਚੰਗਾ ਥਾਂ ਵੇਖ ਕੇ ਤੇ ਇੱਕ ਥਾਂ ਤੇ ਬਿਠਾ ਦੇਣਾ ਕਰੋ। ਹੁਕਮ ਪਾਏ ਕਰ ਥਰਿਓ ਸਚਿੰਤਤ ਧਨ ਮੈਂ ਪਾਵੋ ਕੌਣ ਪ੍ਰਕਾਰ। ਮਹਾਰਾਜ ਦਾ ਹੁਕਮ ਪਾ ਕੇ ਉਹ ਸਿੱਖ ਤੇ ਬੈਠ ਗਿਆ, ਪਰ ਗੁਰਮੁਖੋ ਉਹਦੇ ਮਨ ਵਿੱਚ ਚਿੰਤਾ ਬੜੀ ਹੈ ਵੀ ਮੈਂ ਹੁਣ ਧਨ ਆਪਣਾ ਕਿਵੇਂ ਪਾਵਾਂਗਾ। ਸਤਿਗੁਰਾਂ ਨੇ ਕਹਿ ਦਿੱਤਾ ਵੀ ਇਸ ਥਾਂ ਤੇ ਬੈਠ ਜਾ, ਤੇਰਾ ਵੀ ਹੱਲ ਕਰ ਲੈਂਦੇ। ਪਰ ਜਿਹਦੀ ਮਾਇਆ ਖੁੱਸ ਗਈ ਹੈ, ਕੋਈ ਲੁੱਟ ਕੇ ਚੁੱਕ ਕੇ ਲੈ ਗਿਆ, ਉਹਦੇ ਮਨ ਵਿੱਚ ਚਿੰਤਾ ਬੜੀ ਹੈ। ਮਹਾਰਾਜ ਨੇ ਬਿਠਾ ਦੇ ਲਿਆ, ਹੁਣ ਮੈਨੂੰ ਮਾਇਆ ਕਿਵੇਂ ਮਿਲੇਗੀ, ਮੇਰਾ ਕੀ ਬਣੇਗਾ, ਮੈਂ ਘਰ ਕਿਵੇਂ ਜਾਵਾਂਗਾ। ਇਸ ਤਰ੍ਹਾਂ ਬੜੀ ਚਿੰਤਾ ਵਿੱਚ ਡੁੱਬਿਆ ਹੋਇਆ ਉਹ ਸਿੱਖ ਬੈਠਾ ਹੈ। ਸੋ ਬੰਚਕ ਮੇਲੇ ਮੈਂ ਵਿਚਰਤ ਕਾਟਿਓ ਖੀਸਾ ਇੱਕ ਸਿੱਖ ਕੇ। ਕਹਿਣ ਲੱਗੇ ਵੀ ਇਹ ਜਿਹੜਾ ਠੱਗ ਹੈ ਨਾ, ਇਹਨੇ ਵੇਖਿਆ ਵੀ ਇੱਕ ਨੂੰ ਅਜੇ ਮੈਂ ਕੱਟਿਆ, ਇੱਕ ਦਾ ਖੀਸਾ ਕੱਟਿਆ, ਗੱਲ ਨਹੀਂ ਬਣੀ। ਕਿਸੇ ਦੂਜੇ ਸਿੱਖ ਨੂੰ ਵੇਖ ਕੇ ਉਹਦਾ ਵੀ ਖੀਸਾ ਇਹਨੇ ਕੱਟ ਲਿਆ, ਹੋਰ ਵੀ ਕਿਸੇ ਨੂੰ ਇਸਨੇ ਰਗੜ ਦਿੱਤਾ। ਇਸੇ ਤਰ੍ਹਾਂ ਜਦੋਂ ਦੂਜੇ ਸਿੱਖ ਦਾ ਖੀਸਾ ਕੱਟਿਆ, ਉਹਦੀ ਵੀ ਮਾਇਆ ਇਸਨੇ ਇਸ ਤਰ੍ਹਾਂ ਲੈ ਲੈਣਾ ਕੀਤੀ ਹੈ। ਨਹਿਕ ਨ ਜਾਣਿਓ ਮਿਲਿਓ ਨਰਨ ਮਹਿ ਸਿੱਖ ਦੇਖਤ ਭਾਦੁਕੀ ਵਡੇਰ। ਕਹਿਣ ਲੱਗੇ ਵੀ ਕਿਸੇ ਨੂੰ ਪਤਾ ਨਹੀਂ ਲੱਗਾ, ਕਿਉਂਕਿ ਚੋਰਾਂ ਦੇ ਹੱਥ ਦੀ ਸਫਾਈ ਬੜੀ ਹੈ, ਕੰਮ ਵੀ ਕਰਨਾ ਹੈ, ਜੁੱਤੀਆਂ ਨਾ ਪੈਣ, ਪਤਾ ਨਾ ਕਿਸੇ ਨੂੰ ਲੱਗੇ। ਦੂਜੇ ਸਿੱਖ ਦਾ ਵੀ ਖੀਸਾ ਕੱਟਿਆ ਗਿਆ, ਉਹਨੇ ਵੀ ਬੜਾ ਰੌਲਾ ਪਾਇਆ ਵੀ ਕੋਈ ਠੱਗ ਆ ਗਿਆ ਮੇਲੇ ਵਿੱਚ ਜਿਹੜਾ ਮਾਇਆ ਲੁੱਟਦਾ ਪਿਆ, ਪਰ ਪਤਾ ਨਹੀਂ ਵੀ ਹੈ ਕੌਣ। ਹੁਣ ਜਿਹਦੀ ਮਾਇਆ ਲੁੱਟੀ ਜਾਂਦੀ ਉਹ ਚਿੰਤਾ ਵਿੱਚ ਪੈ ਜਾਂਦਾ ਹੈ। ਪੂਰਬ ਸਮ ਸ਼੍ਰੀ ਪ੍ਰਭ ਢਿਗ ਗਮਨਿਓ ਉੱਚੇ ਕਰ ਪੁਕਾਰ ਤਿਸ ਬੇ। ਜਿਵੇਂ ਪਹਿਲਾਂ ਸਿੱਖ ਗਿਆ ਸੀ ਨਾ ਮਹਾਰਾਜ ਦੇ ਕੋਲ ਵੀ, ਮਹਾਰਾਜ ਕੋਈ ਠੱਗ ਮੇਰੀ ਮਾਇਆ ਲੈ ਗਿਆ, ਇਸੇ ਤਰ੍ਹਾਂ ਦੂਜਾ ਸਿੱਖ ਵੀ ਚਲੇ ਗਿਆ, ਉਹਨੇ ਵੀ ਜਾ ਕੇ ਆਖਿਆ, ਕਹਿਣ ਲੱਗਾ ਮਹਾਰਾਜ ਮੇਰੀ ਮਾਇਆ ਵੀ ਗਈ, ਮੇਰਾ ਵੀ ਕਿਸੇ ਨੇ ਖੀਸਾ ਕੱਟ ਲਿਆ, ਜਿਭਾ ਕੱਟ ਲਿਆ। ਦੂਜੇ ਸਿੱਖ ਨੇ ਵੀ ਜਾ ਕੇ ਮਹਾਰਾਜ ਕੋਲ ਪੁਕਾਰ ਕੀਤੀ ਹੈ। ਸੁਨ ਗੁਰ ਤਿਸਕੇ ਨਿਕਟ ਬਿਠਾਇਓ ਕਹਿਓ ਦਰਬ ਲੈ ਦੇਵੇਂ ਫੇਰ। ਸਤਿਗੁਰੂ ਪਾਤਸ਼ਾਹ ਨੇ ਉਹਨੂੰ ਵੀ ਆਖਿਆ, ਕਹਿਣ ਲੱਗੇ ਉਹ ਜਿਹੜਾ ਪਹਿਲਾਂ ਮਾਇਆ ਗਵਾ ਕੇ ਬੈਠਾ ਨਾ, ਤੂੰ ਵੀ ਉਹਦੇ ਕੋਲ ਜਾ ਕੇ ਬਹਿ ਜਾ, ਤੇ ਤੇਰੀ ਮਾਇਆ ਬਾਰੇ ਵੀ ਸੋਚਦੇ ਆ ਵੀ ਤੈਨੂੰ ਦੇਣੀ ਹੈ ਜਾਂ ਕੀ ਕਰਨਾ, ਤੇਰਾ ਵੀ ਕੋਈ ਪ੍ਰਬੰਧ ਕਰਾਂਗੇ। ਇੱਕ ਪਹਿਲਾਂ ਮਾਇਆ ਗਵਾ ਕੇ ਬੈਠਾ ਵਿਚਾਰਾ ਢਿੱਲਾ ਜਿਹਾ ਮੂੰਹ ਕਰਕੇ, ਉਹਦੇ ਕੋਲ ਮਹਾਰਾਜ ਨੇ ਦੂਜਾ ਵੀ ਬਿਠਾ ਦਿੱਤਾ। ਹੁਣ ਦੋਨੇ ਜਾਣੇ ਦੁਖੀ ਆਤਮਾ ਇੱਕ ਦੂਜੇ ਨੂੰ ਵੇਖ ਰਹੀਆਂ ਵੀ ਮੇਰੇ ਕਿੰਨੇ ਗਏ, ਤੇਰੇ ਕਿੰਨੇ ਗਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਥੇ ਬੈਠੋ, ਤੁਹਾਡਾ ਕੋਈ ਨਾ ਕੋਈ ਪ੍ਰਬੰਧ ਕਰਾਂਗੇ। ਕਹਿਣ ਲੱਗੇ ਇਸ ਤਰ੍ਹਾਂ ਬੈਠੇ ਹਨ। ਲਿਓ ਜੁਗਮ ਤੇ ਧਨ ਤਿਨ ਬੰਚਕ ਪੁਨ ਤੀਸਰ ਹਿਤ ਘਾਤ ਲਗਾਏ। ਗੁਰਮੁਖੋ ਚੋਰ ਟਿਕਦਾ ਨਹੀਂ ਨਾ, ਚੋਰ ਦੇ ਮਨ ਵਿੱਚ ਲਾਲਚ ਹੈ, ਮੇਲਾ ਕਿਹੜਾ ਰੋਜ਼ ਆਉਣਾ, ਔਰ ਇਹੋ ਜਿਹਾ ਮੇਲਾ ਤੇ ਆਉਣਾ ਨਹੀਂ। ਗੁਰੂ ਦੀ ਸੰਗਤ ਦੂਰੋਂ ਆਈ ਹੈ, ਬਹੁਤੀ ਮਾਇਆ ਲੈ ਕੇ ਆਈ ਹੈ, ਕਿਉਂਕਿ ਗੁਰਮੁਖੋ ਯਾਤਰਾ ਹਰੇਕ ਬੰਦਾ ਨਹੀਂ ਜਾ ਸਕਦਾ। ਯਾਤਰਾ ਉਹ ਜਾਵੇਗਾ ਜਿਹਦੇ ਕੋਲ 4 ਪੈਸੇ ਹੋਣ। ਜਿਹੜਾ ਬੰਦਾ ਮਾੜਾ ਹੈ ਨਾ, ਗਰੀਬ, ਉਹ ਛੇਤੀ ਕਿਤਿਆਂ ਯਾਤਰਾ ਨਹੀਂ ਜਾ ਪਾਉਂਦਾ ਵੀ ਜੋ ਮੈਂ ਕਮਾਉਣਾ ਉਹ ਮੈਂ ਖਾਣਾ। ਯਾਤਰਾ ਵਾਸਤੇ ਧਨ ਕਿੱਥੋਂ ਲਿਆਵਾਂ? ਯਾਤਰਾ ਤੇ ਉਹ ਤੁਰੇਗਾ ਜਿਹਦੇ ਕੋਲ ਥੋੜ੍ਹੀ ਬਹੁਤੀ ਮਾਇਆ ਜ਼ਿਆਦੀ ਹੈ ਵੀ ਮੈਂ ਖਰਚ ਚੁੱਕ ਸਕਦਾ ਔਰ ਕੰਮ ਤੋਂ ਬਿਨਾਂ ਮੇਰਾ ਸਰ ਸਕਦਾ। ਕਹਿਣ ਲੱਗੇ ਵੀ ਇਸ ਤਰ੍ਹਾਂ ਜਿਹੜੀ ਸੰਗਤ ਆਈ ਹੈ ਔਰ ਦੂਰੋਂ ਚੱਲ ਕੇ ਆਈ ਹੈ, ਚੋਰ ਨੂੰ ਬਹੁਤੀ ਮਾਇਆ ਮਿਲਦੀ ਪਈ ਹੈ, ਪਰ ਚੋਰ ਟਿਕਿਆ ਨਹੀਂ। ਇਹਨੇ ਤੀਜੇ ਸਿੱਖ ਦਾ ਵੀ ਕਿਸੇ ਦਾ ਵੇਖਿਆ ਵੀ ਇਹਦੀ ਵੀ ਜੇਬ ਵਾਹਵਾ ਭਾਰੀ ਹੈ, ਲੜਕਦੀ ਪਈ ਹੈ ਕੁੜਤੇ ਦੇ ਨਾਲ, ਤੇ ਤੀਜੇ ਸਿੱਖ ਦੀ ਵੀ ਜੇਬ ਇਸਨੇ ਕੱਟ ਲੈਣਾ ਕੀਤੀ ਹੈ। ਲਿਓ ਅਪਰਨੈ ਕਿਨਹਿ ਬਿਲੋਕਿਓ ਪੁਨ ਚੌਥੇ ਕੋ ਦਰਬ ਚੁਰਾਏ। ਪਰ ਗੁਰਮੁਖੋ ਇਹ ਚੋਰੀ ਜਿਹੜੀ ਹੈ ਨਾ, ਇਹ ਕਰਨੀ ਇੱਕ ਮਾੜੀ ਬਾਤ ਹੈ, ਪਰ ਲਾਲਚ ਹੈ ਚੋਰ ਨੂੰ। ਤੀਜੇ ਦਾ ਖੀਸਾ ਕੱਟਿਆ, ਉਹ ਮਹਾਰਾਜ ਕੋਲ ਆ ਕੇ ਉਹਨੇ ਵੀ ਪੁਕਾਰ ਕੀਤੀ, ਮਹਾਰਾਜ ਮੈਨੂੰ ਵੀ ਖਾਲੀ ਕਰ ਗਿਆ ਚੋਰ, ਮੇਰੀ ਮਾਇਆ ਵੀ ਗਈ। ਸਤਿਗੁਰਾਂ ਨੇ ਵੇਖਿਆ ਸਿੱਖ ਦੇ ਵੱਲ ਤੇ ਆਖਿਆ, ਜਿੱਥੇ ਉਹ 2 ਜਾਣੇ ਬੈਠੇ ਤੂੰ ਵੀ ਜਾ ਕੇ ਉਹਨਾਂ ਕੋਲ ਬਹਿ ਜਾ। ਇਹ ਹੁਣ 3 ਜਾਣੇ ਇਕੱਠੇ ਹੋ ਗਏ, ਇੱਕ ਦੂਜੇ ਨੂੰ ਪੁੱਛਦੇ, ਭਾਊ ਤੇਰੀ ਕਿੰਨੀ ਗਈ ਹੈ? ਕਹਿੰਦਾ ਮੈਂ ਇੰਨੀ ਲੈ ਕੇ ਆਇਆ। ਹੁਣ ਭਾਵੇਂ ਗਵਾਚੇ 5 ਹੀ ਹੋਣ, ਉਹ ਵੀ 25 ਦੱਸਦਾ ਵੀ ਮੇਰੇ 25 ਚਲੇ ਗਏ, ਵੀ ਕਿਹੜਾ ਹੁਣ ਜਿੰਨੇ ਮਰਜ਼ੀ ਮੈਂ ਕਹਿ ਦੇਵਾਂ। ਤੀਜੇ ਨੂੰ ਵੀ ਉੱਥੇ ਬਿਠਾ ਦਿੱਤਾ। ਇਹ ਵੇਖਦੇ ਪਿਆ ਵੀ ਮਹਾਰਾਜ ਕਿਤੇ ਇੱਦਾਂ ਦੀ ਲੰਮੀ ਲਾਈਨ ਹੀ ਨਾ ਲਵਾ ਦੇਣ ਵੀ ਜਿਹੜਾ ਮਾਇਆ ਗਵਾਏ ਤੇ ਲਾਈਨ 'ਚ ਆ ਕੇ ਬੈਠ ਦਿਆ ਕਰੋ। ਅਜੇ ਤੀਜੇ ਸਿੱਖ ਨੂੰ ਗੁਰਮੁਖੋਂ ਬਿਠਾਇਆ ਹੈ, ਇਹਨੇ ਚਿਰ ਨੂੰ ਚੌਥਾ ਵੀ ਆ ਗਿਆ, ਮਹਾਰਾਜ ਮੇਰੀ ਮਾਇਆ ਵੀ ਗਈ ਜੇ, ਮੇਰੀ ਮਾਇਆ ਵੀ ਕੋਈ ਖੋਹ ਕੇ ਲੈ ਗਿਆ। ਸਾਰੇ ਆਪੋ ਆਪਣੇ ਖੀਸੇ ਵਿਖਾਉਂਦੇ ਆ ਕੇ ਕੱਟੇ ਹੋਏ, ਆ ਵੇਖੋ ਮਹਾਰਾਜ ਮੇਰੀ ਮਾਇਆ ਵੀ ਕੋਈ ਚੋਰ ਲੈ ਗਿਆ। ਚੌਥੇ ਨੇ ਵੀ ਆ ਕੇ ਆਖਿਆ ਨਾ ਮੇਰੀ ਮਾਇਆ ਗਵਾਚ ਗਈ ਹੈ। ਤੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਉਹ 3 ਪਹਿਲਾਂ ਬੈਠੇ ਤੇਰੇ ਵਰਗੇ, ਜਾ ਕੇ ਉਹਨਾਂ ਨਾਲ ਤੂੰ ਵੀ ਬੈਠ ਜਾ। ਇਹ ਚੌਥਾ ਵੀ ਜਾ ਕੇ ਉੱਥੇ ਬੈਠਾ ਹੈ। ਕਰਤ ਪੁਕਾਰ ਦਊ ਚਲੇ ਆਏ ਸੁਨ ਸਗਰੇ ਸਤਿਗੁਰੂ ਸੁਨਾਏ। ਕਹਿਣ ਲੱਗੇ ਅਜੇ 4 ਹੀ ਬੈਠੇ ਸਨ,
ਪਹਿਲਾਂ ਤੇ ਗੁਰਮੁਖੋ ਇੱਕ ਜਾਣਾ ਆ ਕੇ ਆਖਦਾ ਮੇਰੀ ਮਾਇਆ ਗਈ, ਹੁਣ ਦੋ ਜਾਣੇ ਇਕੱਠੇ ਹੀ ਬਾਹਰੋਂ ਭੱਜੇ ਆਏ। ਮਹਾਰਾਜ ਕਹਿੰਦੇ ਤੁਹਾਨੂੰ ਕੀ ਹੋਇਆ? ਕਹਿਣ ਲੱਗੇ ਮਹਾਰਾਜ ਸਾਡੇ ਦੋਵਾਂ ਦੀ ਗਈ, ਸਾਡੀ ਵੀ ਕੋਈ ਮਾਇਆ ਲੈ ਗਿਆ, ਸਾਡੀਆਂ ਵੀ ਜੇਬਾਂ ਕੱਟੀਆਂ ਗਈਆਂ, ਕੋਈ ਮਾਇਆ ਸਾਡੀ ਖੋਹ ਕੇ ਲੈ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣਿਆ ਬਚਨ, ਕਹਿਣ ਲੱਗੇ ਜਿੱਥੇ ਉਹ ਚਾਰ ਜਣੇ ਪਹਿਲਾਂ ਬੈਠੇ ਤੂੰ ਵੀ ਦੋਵੇਂ ਜਾ ਕੇ ਉਹਨਾਂ ਨਾਲ ਰਲ ਜਾਓ, 6 ਜਣੇ ਬਣ ਜਾਓ। ਇਹ 6 ਜਣੇ ਬੈਠੇ ਹੋਏ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਮੁਰਝਾਏ ਤੇ ਬੜੇ ਦੁਖੀ ਨੇ। ਪੁੱਛਦੇ ਕਿਹੜੇ ਇਲਾਕੇ 'ਚੋਂ ਆਇਆ, ਕਿੰਨੀ ਮਾਇਆ ਲੈ ਕੇ ਆਇਆ, ਕਿੱਥੇ ਗੁਆਚੀ ਹੈ, ਕਿਵੇਂ ਗੁਆਚੀ ਹੈ। ਇੱਕ ਦੂਜੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਹਨ। ਤਸਕਰ ਘਨੇ ਅਹਾਂ ਵਿੱਚ ਮੇਲੇ, ਨਹਿਰਾਵਰ ਤੇ ਡਰ ਕੋ ਪਾਏ। ਉਸ ਵੇਲੇ ਕਿਸੇ ਨੇ ਵੀ ਆ ਕੇ ਆਖਿਆ ਮਹਾਰਾਜ ਇੱਕ ਚੋਰ ਦਾ ਕੰਮ ਨਹੀਂ ਹੈ, ਇੱਕ ਚੋਰ ਇੰਨੀ ਚੋਰੀ ਕਿਵੇਂ ਕਰ ਸਕਦਾ? 6 ਬੰਦਿਆਂ ਦੀਆਂ ਜੇਬਾਂ ਵੱਢੀਆਂ ਗਈਆਂ, ਲੱਗਦਾ ਮੇਲੇ ਵਿੱਚ ਬਹੁਤੇ ਚੋਰ ਆ ਗਏ ਨੇ ਜੋ ਐਡੀ ਵੱਡੀ ਚੋਰੀ ਨੂੰ ਹੱਥ ਪਾਉਂਦੇ ਪਏ ਹਨ। ਤਬ ਸਤਿਗੁਰ ਦਵੈ ਸੂਟ ਪਠਾਏ, ਮੇਲੇ ਮੈਂ ਬੰਚਕ ਇੱਕ ਜਾਨ। ਇੱਕ ਨੇ ਵੀ ਆਖਿਆ, ਕਹਿਣ ਲੱਗਾ ਮਹਾਰਾਜ ਤੁਸੀਂ ਗੁਰੂ ਹੋ, ਅੰਤਰਜਾਮੀ ਹੋ, ਸ਼ਕਤੀਸ਼ਾਲੀ ਹੋ, ਅਸੀਂ ਤਾਂ ਸਾਰੇ ਤੁਹਾਡੇ ਤੋਂ ਡਰਦੇ ਹਾਂ, ਭੈ ਖਾਂਦੇ ਹਾਂ, ਪਰ ਲੱਗਦਾ ਮਹਾਰਾਜ ਵੀ ਚੋਰ ਨੂੰ ਤੁਹਾਡਾ ਕੋਈ ਡਰ ਨਹੀਂ ਹੈ, ਚੋਰ ਤੁਹਾਡੇ ਤੋਂ ਡਰਦਾ ਨਹੀਂ, ਜੋ ਤੁਹਾਡੇ ਘਰ ਦੇ ਵਿੱਚ ਆ ਕੇ ਵੀ ਇਹ ਕੰਮ ਕਰਨ ਤੋਂ ਹਟਿਆ ਨਹੀਂ। ਗੁਰਮੁਖੋ ਪਾਪ ਕਰਨਾ ਬੁਰਾ ਕੰਮ ਹੈ, ਪਰ ਮਹਾਰਾਜ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਮਾੜਾ ਪਰ ਪਾਪੀ ਨੂੰ ਬੜਾ ਚੰਗਾ ਲੱਗਦਾ, ਜਿੰਨਾ ਚਿਰ ਕਰੇ ਨਾ ਉਹਨਾਂ ਚਿਰ ਉਹ ਰਹਿ ਨਹੀਂ ਸਕਦਾ। ਕਿਸੇ ਸਿੱਖ ਨੇ ਆਖਿਆ ਮਹਾਰਾਜ ਇਹ ਚੋਰ ਲੱਗਦਾ ਤੁਹਾਡੇ ਕੋਲੋਂ ਡਰਦਾ ਨਹੀਂ। ਮਹਾਰਾਜ ਨੇ ਸੁਣਿਆ ਬਚਨ ਤੇ ਉਸ ਵੇਲੇ ਸਿੱਖ ਨੂੰ ਬੁਲਾਇਆ, ਕਹਿਣ ਲੱਗੇ ਸਿੱਖਾ 2 ਸੂਰਮੇ ਮਹਾਰਾਜ ਨੇ ਭੇਜੇ। ਮਹਾਰਾਜ ਕਹਿਣ ਲੱਗੇ ਸੂਰਮਿਓ ਮੇਲੇ ਦੇ ਵਿੱਚ ਇੱਕ ਬੰਚਕ ਠੱਗ ਆ ਗਿਆ, ਜਾਓ ਜਾ ਕੇ ਉਸ ਨੂੰ ਲੱਭ ਕੇ ਲਿਆਉਣਾ ਕਰੋ। ਪਗਿਆ ਲਾਲ ਕਸੀ ਕੱਟ ਧੋਤੀ, ਇੱਕ ਮਾਲਾ ਧਾਰੈ ਨਿਜਪਾਨ। ਤੇ ਸਤਿਗੁਰਾਂ ਨੇ ਨਿਸ਼ਾਨੀ ਦੱਸ ਦਿੱਤੀ, ਕਹਿਣ ਲੱਗੇ ਵੀ ਪਗਿਆ ਲਾਲ, ਉਹਨੇ ਲਾਲ ਰੰਗ ਦੀ ਪੱਗ ਬੱਧੀ ਹੈ। ਜਿਹੜਾ ਠੱਗ ਹੁੰਦਾ ਨਾ ਚੋਰ, ਉਹ ਕੱਪੜੇ ਬੜੇ ਸੋਹਣੇ ਪਾ ਕੇ ਆਵੇਗਾ, ਵੇਖਣ ਨੂੰ ਨਾ ਲੱਗੇ ਵੀ ਚੋਰ ਹੈ, ਵੇਖਣ ਨੂੰ ਲੱਗੇ ਵੀ ਸਰਦਾਰ ਹੀ ਹੈ, ਕੋਈ ਚੌਧਰੀ ਹੈ, ਤਾਂ ਕਿ ਜੇ ਕਿਸੇ ਨੂੰ ਸ਼ੱਕ ਪਵੇ ਤੇ ਕੱਪੜੇ ਵੇਖ ਕੇ ਵੀ ਅਗਲਾ ਉਸ ਪਾਸੇ ਖਿਆਲ ਨਾ ਲੈ ਕੇ ਜਾਵੇ। ਮਹਾਰਾਜ ਨੇ ਹੁਲੀਆ ਦੱਸਿਆ, ਕਹਿਣ ਲੱਗੇ ਵੀ ਲਾਲ ਰੰਗ ਦੀ ਉਹਨੇ ਬੱਧੀ ਹੈ ਪੱਗ, ਤੇ ਲੱਕ ਦੇ ਨਾਲ ਉਹਨੇ ਬੜੀ ਘੁੱਟ ਕੇ ਧੋਤੀ ਬੱਧੀ ਹੈ ਵੀ ਕਿਤੇ ਇਹ ਨਾ ਚੋਰੀ ਕਰਦਿਆਂ ਖੁੱਲ ਜਾਵੇ। ਲੱਕ ਦੇ ਨਾਲ ਧੋਤੀ ਬੰਨ੍ਹ ਕੇ ਆਇਆ ਹੋਇਆ, ਲਾਲ ਉਸਨੇ ਪੱਗ ਬੱਧੀ ਹੋਈ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਉਹਨੇ ਮਾਲਾ ਵੀ ਫੜੀ ਹੋਈ ਹੈ, ਵਿਖਾਉਂਦਾ ਪਿਆ ਦੁਨੀਆ ਨੂੰ ਵੀ ਮੈਂ ਬੜਾ ਧਾਰਮਿਕ ਆ, ਵੇਖੋ ਮੈਂ ਰਾਮ ਰਾਮ ਕਰਦਾ ਪਿਆ। ਪਰ ਗੁਰਮੁਖੋ ਰਾਮ ਰਾਮ ਤੇ ਇਵੇਂ ਕਰਨਾ ਹੈ, ਰਾਮ ਰਾਮ ਜਪਣਾ ਪਰਾਇਆ ਮਾਲ ਆਪਣਾ। ਇਹ ਰਾਮ ਰਾਮ ਜਪਦਾ ਪਿਆ, ਮਾਲਾ ਵਿਖਾਉਂਦਾ ਪਿਆ, ਪਰ ਦੂਜੇ ਦੀ ਜੇਬ ਵਾਲੇ ਦਾ ਧਿਆਨ ਰਹਿੰਦਾ ਵੀ ਕਿਹਦੀ ਜੇਬ ਭਾਰੀ ਹੈ। ਜਿਹਦੀ ਜੇਬ ਇਹ ਫੁੱਲੀ ਵੇਖਦਾ ਨਾ, ਡੱਡੂ ਵਾਂਗੂ ਮੋਟੀ ਜੀ ਜੇਬ ਵੇਖਦਾ, ਉਹ ਕੱਟ ਲੈਂਦਾ ਵੀ ਇਹਦੇ ਵਿੱਚ ਬਹੁਤੀ ਮਾਇਆ ਹੋਵੇ। ਸੋ ਮਹਾਰਾਜ ਨੇ ਹੁਲੀਆ ਦੱਸਿਆ, ਕਹਿਣ ਲੱਗੇ ਵੀ ਲਾਲ ਪੱਗ ਬੱਧੀ ਹੈ, ਧੋਤੀ ਬੱਧੀ ਹੋਈ ਤੇ ਹੱਥ ਵਿੱਚ ਉਹਨੇ ਮਾਲਾ ਫੜੀ ਹੋਈ। ਜਿਹੜਾ ਇਹੋ ਜਿਹਾ ਬੰਦਾ ਹੈ ਨਾ, ਰੱਬ ਦਾ ਨਾਮ ਲੈ ਕੇ ਚੁੱਕ ਲਿਓ ਸਾਡੇ ਕੋਲ, ਉਹਨੂੰ ਵੇਖ ਕੇ ਮੇਲੇ ਵਿੱਚੋਂ ਲੱਭ ਕੇ। ਇਸ ਤਰ੍ਹਾਂ ਮਹਾਰਾਜ ਨੇ ਭੇਜਿਆ ਹੈ। ਚੰਦਨ ਤਿਲਕ ਭਾਲ ਮੈਂ ਦੇਖੋ, ਗਹਿਆਂ ਨੂੰ ਡਰਦੇ ਹੋ ਮਹਾਨ। ਸਤਿਗੁਰਾਂ ਨੇ ਇੱਕ ਨਿਸ਼ਾਨੀ ਹੋਰ ਦੱਸੀ, ਕਹਿਣ ਲੱਗੇ ਉਹਦੇ ਮੱਥੇ ਦੇ ਵਿੱਚ ਚੰਦਨ ਦਾ ਤਿਲਕ ਲੱਗਾ ਹੋਵੇਗਾ। ਤੇ ਤਿਲਕ ਜਿਹੜੇ ਨੇ ਉਹ ਪੰਡਤ ਲੋਕ ਲਾਉਂਦੇ, ਤਿਲਕ ਧਾਰਮਿਕ ਬੰਦੇ ਦੀ ਨਿਸ਼ਾਨੀ ਹੈ। ਉਹ ਧਾਰਮਿਕ ਬਣ ਕੇ ਆਇਆ ਵੀ ਮੈਂ ਤੇ ਪਾਪ ਵਾਲੇ ਪਾਸੇ ਜਾਂਦਾ ਨਹੀਂ। ਔਰ ਜਿੰਨਾ ਦੁਨੀਆ ਤੇ ਧਾਰਮਿਕ ਬੰਦਾ ਪਾਪ ਕਰਦਾ, ਉਹਨਾਂ ਦੂਜਾ ਵੀ ਨਹੀਂ ਕਰਦਾ। ਧਾਰਮਿਕ ਬੰਦੇ ਨੂੰ ਧਰਮ ਦੇ ਵਿੱਚ ਰਹਿ ਕੇ ਪਾਪ ਜ਼ਿਆਦਾ ਕਰਦਾ, ਉਹਨੂੰ ਡਰ ਨਹੀਂ ਆਉਂਦਾ ਹੈ। ਮਹਾਰਾਜ ਕਹਿਣ ਲੱਗੇ ਵੀ ਉਹਨੇ ਲਾਲ ਪੱਗ ਬੱਧੀ ਹੈ, ਧੋਤੀ ਪਾਈ ਹੋਈ ਹੈ, ਹੱਥ ਵਿੱਚ ਮਾਲਾ, ਤੇ ਮੱਥੇ ਤੇ ਉਹਨੇ ਚੰਦਨ ਦਾ ਤਿਲਕ ਲਾਇਆ ਹੋਇਆ ਹੈ। ਇਸ ਤਰ੍ਹਾਂ ਦਾ ਬੰਦਾ ਜਿਹੜਾ ਵੀ ਤੁਹਾਨੂੰ ਦਿਸੇ ਮੇਲੇ ਵਿੱਚ, ਪੁੱਛਣਾ ਨਹੀਂ, ਬਸ ਚੁੱਕ ਕੇ ਸਾਡੇ ਕੋਲ ਲੈ ਆਓ, ਫਿਰ ਉਸ ਨੂੰ ਪੁੱਛਾਂਗੇ। ਇਸ ਤਰ੍ਹਾਂ ਮਹਾਰਾਜ ਨੇ ਨਿਸ਼ਾਨੀ ਦੇ ਕੇ ਭੇਜਿਆ ਹੈ। ਸੁਨਤ ਚਿੰਨ ਭਟ ਪਾਏ ਹੁਕਮ ਕੋ, ਭਿਖ ਮੇਲੇ ਕੋ ਬਨ ਸਾਵਧਾਨ। ਮਹਾਰਾਜ ਜੀਆਂ ਦੇ ਜਿਹੜੇ ਸਿੱਖ ਨੇ ਗੁਰਮੁਖੋ, ਉਹਨਾਂ ਦੀਆਂ ਤਲੀਆਂ ਤੇ ਪਹਿਲਾਂ ਹੀ ਖੁਰਕ ਹੁੰਦੀ ਪਈ ਹੈ ਵੀ ਲੱਭੇ ਸਹੀ ਚੋਰ, ਤੇ ਛੇਤੀ ਨਾਲ ਪਹਿਲਾਂ ਹੱਥ ਆਪਣਾ ਸਾਫ਼ ਕਰੀਏ। ਹੁਕਮ ਪਾ ਕੇ ਮਹਾਰਾਜ ਦਾ ਸੂਰਮੇ ਛੇਤੀ ਨਾਲ ਸਾਵਧਾਨ ਹੋ ਕੇ ਡੰਡਾ ਸੋਟਾ ਲੈ ਕੇ ਹੱਥ ਵਿੱਚ ਦੌੜ ਪਏ ਮੇਲੇ ਵੱਲ ਨੂੰ। ਉਸ ਵੇਲੇ ਭੱਜ ਕੇ ਗਏ ਹਨ। ਵਿਚਰਤ ਸੋ ਠੱਗ ਗਇਓ ਜਾਏ, ਕਰ ਪ੍ਰਭ ਕੇ ਨਿਕਟ ਆਨ ਤਤਕਾਲ। ਜਿਹੜਾ ਠੱਗ ਹੈ ਨਾ, ਬੜੀ ਮੌਜ ਦੇ ਨਾਲ ਲਾ ਕੇ ਮੱਥੇ ਵਿੱਚ ਤਿਲਕ, ਤੇ ਨਾਲੇ ਉੱਚੀ ਉੱਚੀ ਰਾਮ ਰਾਮ ਕਰਦਾ ਪਿਆ, ਮਾਲਾ ਫੇਰਦਾ ਪਿਆ, ਨਾਲੇ ਖੀਸੇ ਤਕਾਉਂਦਾ ਪਿਆ ਵੀ ਹੁਣ ਮੋਟਾ ਜਿਹਾ ਕਿਹਦਾ ਖੀਸਾ ਹੈ ਮੈਨੂੰ ਦੱਸੇ, ਜੇਬ ਤੇ ਮੈਂ ਕੱਟਾਂ। ਇਹ ਆਪਣੇ ਦਾ ਵਿੱਚ ਲੱਗਾ ਹੋਇਆ। ਇੰਨੇ ਚਿਰ ਨੂੰ ਗੁਰੂ ਕੇ ਸਿੱਖ ਪਹੁੰਚ ਗਏ।
ਜਾ ਕੇ ਵੇਖੀਆਂ ਨਿਸ਼ਾਨੀਆਂ ਵੀ ਵਾਕਿਆ ਲਾਲ ਪੱਗ ਬੱਧੀ ਹੈ, ਧੋਤੀ ਪਾਈ ਹੋਈ ਹੈ, ਹੱਥ ਵਿੱਚ ਮਾਲਾ ਤੇ ਮੱਥੇ ਤੇ ਤਿਲਕ ਹੈ। ਗੁਰੂ ਕਿਹਾ ਸਿੱਖਾਂ ਨੇ ਝਾਟੀ ਜਾ ਕੇ ਇਸ ਨੂੰ ਫੜ ਲਿਆ ਅਤੇ ਫੜ ਕੇ ਫਿਰ ਗੁਰੂ ਸਾਹਮਣੇ ਲਿਆ ਕੇ ਪੇਸ਼ ਕੀਤਾ ਹੈ। ਸ਼੍ਰੀ ਮੁਖ ਤੇ ਕਹਿ ਇਸਪਟ ਦੇਖੋ ਕਰੇ ਉਤਾਇਲ ਹੇਰਤ ਜਾਲ। ਸਤਿਗੁਰੂ ਪਾਤਸ਼ਾਹ ਦੇ ਕੋਲ ਜਾ ਕੇ ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਹੁਕਮ ਹੈ। ਸਤਿਗੁਰੂ ਕਹਿੰਦੇ ਹੁਕਮ ਹੈ ਵੀ ਇਹਦੀ ਤਲਾਸ਼ੀ ਲਓ, ਛੇਤੀ ਦੇ ਨਾਲ ਇਹਦੇ ਕੱਪੜੇ ਫਰੋਲੋ। ਜਿਹੜੀ ਮਾਇਆ ਇਹਨੇ ਲੁੱਟੀ ਹੋਵੇਗੀ ਅਜੇ ਆਪਣੇ ਟਿਕਾਣੇ ਤੇ ਰੱਖ ਕੇ ਨਹੀਂ ਆਇਆ, ਇਹਦੇ ਕੋਲ ਹੀ ਹੈ। ਮਹਾਰਾਜ ਨੇ ਹੁਕਮ ਦਿੱਤਾ ਇਹਦੀ ਤਲਾਸ਼ੀ ਕੀਤੀ ਜਾਵੇ ਤੇ ਮਹਾਰਾਜ ਦੇ ਸੂਰਮੇ ਫਿਰ ਤਲਾਸ਼ੀ ਕਰਨ ਲੱਗੇ ਹਨ। ਗਾਢੋ ਬਾਂਧ ਕਰਿਓ ਤਬ ਠਾਂਡੋ ਇਹ ਆਨਿਓ ਸ਼ਮਸ਼ਲੀ ਵਿਸ਼ਾਲ। ਤੇ ਕਹਿਣ ਲੱਗੇ ਉਸ ਵੇਲੇ ਇਹਦੀਆਂ ਚੰਗੀ ਤਰ੍ਹਾਂ ਮੁਸ਼ਕਾਂ ਬੰਨ੍ਹ ਕੇ ਨਾ, ਹੱਥ ਪਿੱਛੇ ਨੂੰ ਬੰਨ੍ਹ ਕੇ ਚੰਗੀ ਤਰ੍ਹਾਂ ਕਰੜੇ ਤਰੀਕੇ ਦੇ ਨਾਲ ਤੇ ਕਹਿਣ ਲੱਗੇ ਇਹ ਆਨਿਓ ਹਮ ਛਲੀ ਵਿਸਾਲ। ਮਹਾਰਾਜ ਆ ਹੈ ਛਲ ਕਰਨ ਵਾਲਾ, ਲੁੱਟਣ ਵਾਲਾ ਤੁਹਾਡੇ ਕੋਲ ਲਿਆਂਦਾ ਹੈ। ਧਨ ਚਤਰਨ ਕੋ ਗਇਓ ਜਿਤਕ ਥੋ ਨਿਕਸਿਓ ਤਿਸ ਢਿਗ ਤੇ ਲਿਆ ਭਾਲ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਤਲਾਸ਼ੀ ਲਓ। ਜਦੋਂ ਤਲਾਸ਼ੀ ਲਈ ਤੇ ਉਹ ਜਿਹੜਾ 4 ਬੰਦਿਆਂ ਦੀ ਮਾਇਆ ਇਹਨੇ ਲੁੱਟੀ ਸੀ ਨਾ, ਖੀਸੇ ਕੱਟੇ ਹੋਏ, ਉਹ 4 ਦੀ ਮਾਇਆ ਇਹਦੇ ਕੋਲੋਂ ਨਿਕਲ ਆਈ। ਜਦੋਂ ਇਹਦੀ ਤਲਾਸ਼ੀ ਕੀਤੀ ਤੇ ਸਭ ਕੁਝ ਇਹਦੇ ਕੋਲੋਂ ਉਸ ਵੇਲੇ ਨਿਕਲ ਪਿਆ ਹੈ। ਚਾਰੋ ਸਿੱਖਨ ਕੋ ਧਨ ਦੀਨਸ ਲੈ ਕਰ ਤਿਨੋ ਹਰਖ ਉਰ ਉਹ ਪਾਏ। ਜਿਹੜੇ 4 ਸਿੱਖ ਬੈਠੇ ਸਨ ਨਾ ਮਹਾਰਾਜ ਦੇ ਪਰੇ ਕੰਧ ਦੇ ਨਾਲ ਲੱਗੇ ਹੋਏ, ਮਹਾਰਾਜ ਨੇ ਬੁਲਾਇਆ ਉਹਨਾਂ ਨੂੰ ਕੋਲ। ਕਹਿਣ ਲੱਗੇ ਵੀ ਦੱਸੋ ਕਿੰਨੀ ਕਿੰਨੀ ਮਾਇਆ ਤੇ ਕਿਹੜੇ ਕਿਹੜੇ ਕੱਪੜੇ ਵਿੱਚ ਬੱਧੀ ਹੈ। ਉਹਨਾਂ ਨੇ ਆਪੋ ਆਪਣੀਆਂ ਨਿਸ਼ਾਨੀਆਂ ਦੱਸੀਆਂ ਤੇ ਮਹਾਰਾਜ ਨੇ ਉਹਨਾਂ ਦੀ ਮਾਇਆ ਵਾਪਸ ਕੀਤੀ ਹੈ। ਆਪਣੀ ਮਾਇਆ ਧਨ ਵਾਪਸ ਲੈ ਕੇ ਉਹ ਬੜੇ ਖੁਸ਼ ਹੋਏ ਹਨ। ਕਰਿਓ ਬਿਲੋਕਨ ਬਿਸਮਤ ਹੋਵੇ ਕਰ ਧਨ ਧਨ ਸਤਿਗੁਰ ਕੋ ਗਾਏ। ਇਹ ਜਿਹੜੇ ਸਿੱਖ ਨੇ ਕਹਿਣ ਲੱਗੇ ਮਹਾਰਾਜ ਆਪ ਜੀ ਧਨ ਹੋ, ਧਨ ਹੋ, ਆਪ ਜੀ ਅੰਤਰਜਾਮੀ ਹੋ ਜਿਨ੍ਹਾਂ ਨੇ ਐਸੀ ਸਾਡੇ ਤੇ ਕਿਰਪਾ ਕੀਤੀ ਹੈ। ਮਹਾ ਅਗੀ ਮਨ ਭੈਨ ਕੀਨਸ ਦੰਡ ਦੇਨ ਕੋ ਉਚਿਤ ਸਜਾਏ। ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਇਹ ਜਿਹੜਾ ਚੋਰ ਹੈ ਬਹੁਤ ਭਾਰੀ ਵੱਡਾ ਪਾਪੀ ਹੈ। ਇਹ ਮਹਾ ਅਗੀ, ਅਗੀ ਤੋਂ ਭਾਵ ਹੁੰਦਾ ਹੈ ਪਾਪ ਕਰਨ ਵਾਲਾ। ਇਹ ਚੋਰ ਬਹੁਤ ਵੱਡਾ ਪਾਪ ਕਰਨ ਵਾਲਾ ਹੈ। ਭੈਣ ਹੈ ਕੀਨਸ, ਇਹਨੇ ਆਪ ਜੀ ਦਾ ਡਰ ਨਹੀਂ ਮੰਨਿਆ ਮਹਾਰਾਜ, ਤੁਹਾਡਾ ਵੀ ਡਰ ਨਹੀਂ ਇਹਨੂੰ ਆਇਆ ਚੋਰ ਨੂੰ। ਸੋ ਇਸ ਕਰਕੇ ਦੰਡ ਦੇਣ ਕੇ ਉਚਿਤ ਸਜਾਏ। ਇਹ ਦੰਡ ਦੇਣ ਦੇ ਯੋਗ ਹੈ ਮਹਾਰਾਜ, ਇਹਨੂੰ ਦੰਡ ਦੇਣਾ ਚਾਹੀਦਾ, ਸਜ਼ਾ ਦੇਣੀ ਚਾਹੀਦੀ ਹੈ। ਸ਼੍ਰੀ ਮੁਖ ਤੇ ਕਹਿ ਕੈਦ ਕਰਾਇਓ ਪੁਨਹ ਪਾਪ ਨ ਕਰੇ ਕਦਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖੋ ਫਿਰ ਕੈਦ ਕਰਕੇ ਤੇ ਕੈਦ ਵਿੱਚ ਪਾ ਦਿਓ। ਤੇ ਕੈਦ ਵਿੱਚ ਪਾ ਕੇ ਇਹਦੀ ਇਹੋ ਜਿਹੀ ਸੇਵਾ ਕਰੋ ਬਣਾ ਕੇ ਚੰਗੀ ਤਰ੍ਹਾਂ ਵੀ ਅੱਗੇ ਤੋਂ ਇਹ ਪਾਪ ਕਰਨ ਲੱਗਿਆ ਮਨ ਵਿੱਚ ਸੋਚਿਆ ਕਰੇ ਵੀ ਜੇ ਫੜਿਆ ਗਿਆ ਤੇ ਫਿਰ ਮੇਰੇ ਨਾਲ ਕੀ ਹਾਲ ਹੋਣਾ ਹੈ। ਸਿੱਖ ਸੰਗਤ ਸਭ ਪਾਏ ਕਾਮਨਾ ਦਰਸ਼ਨ ਕਰ ਕਰ ਸਦਨ ਸਿਧਾਏ। ਮਹਾਰਾਜ ਦੀਆਂ ਸੰਗਤਾਂ ਆਉਂਦੀਆਂ ਮਨ ਦੀਆਂ ਕਾਮਨਾ ਪਾ ਪਾ ਕੇ ਘਰ ਨੂੰ ਜਾਂਦੀਆਂ ਹਨ। ਦੇਸ਼ ਵਿਦੇਸ਼ਨ ਪ੍ਰਭ ਕੀ ਕੀਰਤ ਫੈਲ ਭਰੀ ਸਭ ਕਹੈ ਸੁਨਾਏ। ਵਿਦੇਸ਼ਾਂ ਵਿੱਚ ਮਹਾਰਾਜ ਜੀਆਂ ਦੀ ਕੀਰਤੀ ਵਡਿਆਈ ਜਿਹੜੀ ਬਹੁਤ ਜ਼ਿਆਦੀ ਫੈਲੀ, ਸੰਗਤਾਂ ਕਹਿੰਦੀਆਂ ਸੁਣਦੀਆਂ ਹਨ। ਮਨੋ ਮਾਲਤੀ ਘਰ ਘਰ ਫੂਲੀ ਕਿਨੋ ਮਰਾਲਨ ਪਾਤ ਉਡਾਏ। ਗੁਰਮੁਖੋ ਮਾਲਤੀ ਦੇ ਫੁੱਲ ਜਿਹੜੇ ਨੇ ਬੜੇ ਸੁੰਦਰ ਤੇ ਖੁਸ਼ਬੂਦਾਰ ਹੁੰਦੇ। ਮਹਾਰਾਜ ਜੀਆਂ ਦੀ ਸ਼ੋਭਾ ਜਿਹੜੀ ਹੈ ਨਾ ਵਡਿਆਈ ਮਾਲਤੀ ਦੇ ਫੁੱਲ ਵਰਗੀ ਹੈ। ਸੋ ਕਹਿਣ ਲੱਗੇ ਹਰੇਕ ਘਰ ਵਿੱਚ ਮਹਾਰਾਜ ਦੀ ਵਡਿਆਈ ਹੁੰਦੀ ਪਈ ਹੈ। ਜਾਂ ਫਿਰ ਇਸ ਤਰ੍ਹਾਂ ਕਹਿ ਲਓ ਵੀ ਜਿਵੇਂ ਹੰਸਾਂ ਦੀ ਕੋਈ ਉਡਾਰ ਜਾਂਦੀ ਹੋਵੇ, ਇਸ ਤਰ੍ਹਾਂ ਮਹਾਰਾਜ ਦੀ ਸ਼ੋਭਾ ਹੰਸਾਂ ਦੀ ਉਡਾਰ ਵਾਂਗ ਘਰ ਘਰ ਵਿੱਚ ਹੋ ਰਹੀ ਹੈ। ਸਿੰਧ ਮੇਖਲਾ ਸਰਵਰ ਸਾਪਰ ਜਿਤ ਕਿਤ ਉਜਲ ਰਹੀ ਸੁਸ਼ਾਏ। ਸਤਿਗੁਰਾਂ ਦੀ ਵਡਿਆਈ ਸਮੁੰਦਰਾਂ ਦੇ ਵਿੱਚ, ਸਮੁੰਦਰਾਂ ਵਿੱਚ ਜਿਹੜੇ ਟਾਪੂ ਨੇ ਉੱਥੇ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਹਿਮਾ ਹੋ ਰਹੀ ਹੈ। ਇਸੇ ਤਰ੍ਹਾਂ ਜਿੱਥੇ ਕਿਥੇ ਧਰਤੀ ਤੇ ਸਾਰਿਆਂ ਥਾਵਾਂ ਤੇ ਪਾਤਸ਼ਾਹ ਦੀ ਵਡਿਆਈ ਹੈ। ਕੇਤਕ ਦਿਨ ਮੈਂ ਠੱਗ ਹਕਾਰ ਕਰ ਕਹਿਓ ਪ੍ਰਭ ਸੁਨ ਰੇ ਮਤ ਮੰਦ। ਕੋਈ ਦਿਨ ਬਤੀਤ ਹੋ ਗਿਆ, ਇੱਕ ਦਿਨ ਮਹਾਰਾਜ ਨੂੰ ਯਾਦ ਆਇਆ। ਸਤਿਗੁਰੂ ਕਹਿੰਦੇ ਲਿਆਓ ਭਾਈ ਉਹ ਜਿਹੜਾ ਆਪਾਂ ਠੱਗ ਫੜਿਆ ਸੀ ਨਾ ਮੇਲੇ ਵਿੱਚੋਂ ਚੋਰੀ ਕਰਨ ਵਾਲਾ, ਲਿਆਓ ਉਹਨੂੰ ਕੱਢ ਕੇ ਬਾਹਰ ਲਿਆਓ ਕੈਦ ਵਿੱਚੋਂ, ਉਹਦੇ ਨਾਲ ਹੁਣ ਗੱਲਬਾਤ ਕਰੀਏ। ਕਈਆਂ ਦਿਨਾਂ ਬਾਅਦ ਉਹਨੂੰ ਜੇਲ੍ਹ ਵਿੱਚੋਂ ਬਾਹਰ ਕੱਢਿਆ ਹੈ। ਹਮੈ ਅਰਾਧਿਓ ਅਗ ਕੇ ਹਿਤ ਤੈ ਮਮ ਪੜਦਾ ਗੁਰ ਢਕੋ ਬਿਲੰਦ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੰਦੀ ਮੱਤ ਵਾਲਿਆ, ਤੂੰ ਪਾਪ ਕਰਨ ਵੇਲੇ ਵੀ ਸਾਨੂੰ ਯਾਦ ਕੀਤਾ। ਮਹਾਰਾਜ ਮੈਂ ਆਹ ਕੰਮ ਕਰਨ ਲੱਗਾ, ਮਾੜਾ ਜਿਹਾ ਖਿਆਲ ਰੱਖਿਓ ਕਿਤੇ ਫੜਿਆ ਨਾ ਜਾਵਾਂ। ਪਾਪ ਤੂੰ ਆਪ ਕਰਦਾ ਪਿਆ, ਰਾਖਾ ਤੂੰ ਸਾਨੂੰ ਬਣਾਈ ਬੈਠਾ। ਪਾਪ ਕਰਨ ਵਾਲਾ ਪਾਪ ਕਰਨ ਤੋਂ ਪਹਿਲਾਂ, ਚੋਰੀ ਕਰਨ ਵਾਲਾ ਚੋਰੀ ਕਰਨ ਤੋਂ ਪਹਿਲਾਂ, ਠੱਗੀ ਮਾਰਨ ਵਾਲਾ ਠੱਗੀ ਮਾਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਦਾ ਵੀ ਰੱਬਾ ਮੈਂ ਕਰਨ ਲੱਗਾ ਤੇ ਵੇਖੀ ਕਿਤੇ ਮੈਂ ਪਕੜਿਆ ਨਾ ਜਾਵਾਂ। ਸਤਿਗੁਰੂ ਕਹਿਣ ਲੱਗੇ ਉਹ ਪਾਪੀਆ, ਇੱਕ ਤੇ ਤੂੰ ਪਾਪ ਕੀਤਾ, ਮਾਇਆ ਚੋਰੀ ਕੀਤੀ। ਇੱਕ ਮਾਇਆ ਚੋਰੀ ਕਰਨ ਤੋਂ ਪਹਿਲਾਂ ਸਾਨੂੰ ਯਾਦ ਕਰਦਾ ਵੀ ਮਹਾਰਾਜ ਕਿਤੇ ਮੈਨੂੰ ਸਜ਼ਾ ਨਾ ਮਿਲੇ, ਕਿਤੇ ਫੜਿਆ ਨਾ ਜਾਵਾਂ।
ਆਪਣੇ ਪਾਪ ਦੇ ਵਿੱਚ ਸਾਨੂੰ ਤੂੰ ਯਾਦ ਕਰਦਾ ਹੈ। ਤਰੈ ਚੋਰੀ ਕਰ ਬਹੁਰ ਨਾ ਕਰਹੁ ਵਿਚਰੈ ਮੇਲੇ ਮੈਂ ਅਗਵੰਦ। ਮਹਾਰਾਜ ਕਹਿਣ ਲੱਗੇ ਤੂੰ 3 ਚੋਰੀਆਂ ਕੀਤੀਆਂ। ਪਹਿਲਾਂ ਆਖਿਆ ਮਹਾਰਾਜ ਪਹਿਲੀ ਚੋਰੀ ਨੂੰ ਹੱਥ ਪਾਉਣ ਲੱਗਾ ਸਫਲਤਾ ਮਿਲ ਗਈ। ਦੂਜੀ ਕੀਤੀ ਆਖਿਆ ਵੀ ਮਹਾਰਾਜ ਹੋਰ ਦੂਜੀ ਵੀ ਹੋ ਗਈ। ਤੀਜੀ ਕਰਕੇ ਜਦੋਂ ਤੀਜੀ ਚੋਰੀ ਕੀਤੀ ਤੇ ਆਖਿਆ ਮਹਾਰਾਜ ਤਿੰਨਾਂ ਤੋਂ ਬਾਅਦ ਵਿੱਚ ਹੋਰ ਨਹੀਂ ਕਰਾਂਗਾ, 3 ਮੇਰੀਆਂ ਸਫਲੀਆਂ ਹੋ ਜਾਣ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 3 ਚੋਰੀਆਂ ਕਰਕੇ ਟਲਿਆ ਤੂੰ ਫਿਰ ਨਹੀਂ। ਜਾ ਕੇ ਫਿਰ ਚੌਥੀ ਨੂੰ ਹੱਥ ਪਾਇਆ ਤੇ ਅਸੀਂ ਸੋਚਿਆ ਵੀ ਇਹ ਤੇ ਸਾਨੂੰ ਵਰਤਦਾ ਪਿਆ ਹਰੇਕ ਥਾਂ ਤੇ। ਆਖਦਾ ਪਹਿਲੀ ਕਰਕੇ ਦੂਜੀ ਨਹੀਂ ਕਰਾਂਗਾ, ਦੂਜੀ ਕਰਕੇ ਤੀਜੀ ਨਹੀਂ ਕਰਾਂਗਾ, ਔਰ ਤੀਜੀ ਕਰਕੇ ਫਿਰ ਚੌਥੀ ਨਹੀਂ ਕਰਾਂਗਾ। ਪਰ ਤੂੰ ਕਹਿੰਦਾ ਰਿਹਾ ਵੀ ਨਾ ਕਰਾਂਗਾ, ਪਰ ਤੂੰ ਕਰਦਾ ਰਿਹਾ। ਵਾਰ-ਵਾਰ ਤੂੰ ਇਹ ਕਰਮ ਕੀਤਾ ਹੈ। ਦਰਬ ਤੀਨ ਕੋ ਲੀਏ ਤ੍ਰਿਸ਼ਨਾ ਕੀਏ ਪੁਨ ਚੌਥੇ ਕੇ ਚੀਰ ਨਿਕੰਦ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਿੰਨਾਂ ਦੀ ਮਾਇਆ ਜਿਹੜੀ ਹੈ ਨਾ, ਉਹ ਤ੍ਰਿਸ਼ਨਾ ਦੇ ਵਿੱਚ ਆ ਕੇ ਤੂੰ ਲੁੱਟ ਲਈ ਹੈ। ਤੇ ਫਿਰ ਚੌਥੇ ਨੂੰ ਵੀ ਤੂੰ ਛੱਡਿਆ ਨਹੀਂ, ਚੌਥੇ ਦੇ ਵੀ ਕੱਪੜਿਆਂ ਨੂੰ ਕੱਟ ਲੈਣਾ ਕੀਤਾ ਹੈ। ਰਹਿਓ ਨਾ ਪ੍ਰਣ ਪਰ ਲੋਭ ਵਧਿਓ ਚਿਤ ਫਾਸ ਉਚਿਤ ਤੋ ਕੋ ਪਹਿਚਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਆਪਣੇ ਬਚਨ ਤੇ ਨਹੀਂ ਰਿਹਾ। ਆਖਿਆ ਪਹਿਲੀ ਵਿੱਚ ਨਾ ਫੜਿਆ ਜਾਵਾਂ ਮਹਾਰਾਜ, ਬੜੀ ਲੋੜ ਹੈ, ਘਰ ਦੇ ਵਿੱਚ ਬੜੀ ਭੁੱਖ ਮਰੀ ਪਈ ਹੋਈ ਹੈ, ਮੇਰਾ ਗੁਜ਼ਾਰਾ ਕਿਵੇਂ ਹੋਵੇ, ਮੇਰੇ ਤੇ ਕਿਰਪਾ ਕਰੋ, ਇੱਕ ਚੋਰੀ ਵਿੱਚ ਸਫਲ ਹੋ ਜਾਵਾਂ। ਪਰ ਬਾਅਦ ਵਿੱਚ ਤੇਰਾ ਲੋਭ ਵੱਧ ਆ ਗਿਆ, ਤੂੰ ਇੱਕ ਚੋਰੀ ਤੇ ਟਿਕਿਆ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਪਾਪ ਤੂੰ ਕੀਤੇ ਨਾ ਲੋਭ ਵਿੱਚ ਪੈ ਕੇ, ਹੈ ਤੇ ਤੂੰ ਫਾਂਸੀ ਦੇ ਯੋਗ ਹੈ। ਅਸੀਂ ਇਹ ਪਹਿਚਾਣਿਆ ਵੀ ਤੈਨੂੰ ਫਾਹ ਲਾ ਕੇ ਮਾਰਨਾ ਚਾਹੀਦਾ ਹੈ। ਤਉ ਤਜੈ ਅਬ ਬਹੁਰ ਨ ਕਰੀਏ ਇਮ ਕਹਿ ਛੁਟਵਾਇਓ ਗੁਣ ਤਾਂ ਖਾਂ। ਵੀ ਮਹਾਰਾਜ ਕਹਿਣ ਲੱਗੇ ਅਸੀਂ ਤੈਨੂੰ ਇੱਕ ਮੌਕਾ ਦਿੰਦੇ ਹਾਂ, ਤੈਨੂੰ ਮਾਰਾਂਗੇ ਨਹੀਂ, ਤੈਨੂੰ ਇੱਕ ਵਾਰੀ ਛੱਡ ਦਿੰਦੇ। ਪਰ ਬਚਨ ਇਹ ਆ ਵੀ ਇਹ ਕੰਮ ਦੁਬਾਰਾ ਨਾ ਕਰੀ। ਜੇ ਦੁਬਾਰਾ ਸਾਡੇ ਹੱਥੀਂ ਆ ਗਿਆ ਨਾ ਤੇ ਫਿਰ ਤੈਨੂੰ ਟੰਗ ਦਿਆਂਗੇ ਚੰਗੀ ਤਰ੍ਹਾਂ, ਔਰ ਤੈਨੂੰ ਸਜ਼ਾ ਡਾਢੀ ਦੇਵਾਂਗੇ। ਦੂਜੀ ਵਾਰੀ ਨਹੀਂ ਬਖਸ਼ਿਆ ਜਾਵੇਗਾ, ਇੱਕ ਵਾਰੀ ਤੈਨੂੰ ਮਾਫ ਕਰ ਦਿੰਦੇ ਹਾਂ। ਧਾਰਨ ਮੋ ਗਮਨਿਓ ਛੁਟ ਤੂਰਨ ਸ਼੍ਰੀ ਗੁਰ ਕੇ ਗੁਣ ਕਰਤ ਬਖਾਨ। ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਇਸ ਵਾਰੀ ਮਾਫ ਕਰੋ, ਗਾਂ ਤੋਂ ਨਹੀਂ ਗਲਤੀ ਕਰਾਂਗਾ। ਇਸ ਤਰ੍ਹਾਂ ਕਹਿ ਕੇ ਮੱਥਾ ਟੇਕ ਕੇ ਗੁਰਮੁਖੋ ਫਿਰ ਇਹਨੇ ਮੁੜ ਕੇ ਅਨੰਦਪੁਰ ਸਾਹਿਬ ਵੱਲ ਨਹੀਂ ਵੇਖਿਆ। ਦੌੜ ਗਿਆ ਜਿੱਧਰ ਨੂੰ ਰਾਹ ਮਿਲਿਆ ਵੀ ਮਗਰੋਂ ਕੋਈ ਆ ਕੇ ਫਾੜੀ ਨਾ ਲਵੇ। ਕਹਿਣ ਲੱਗੇ ਭੱਜ ਗਿਆ ਹੈ। ਇਸ ਪ੍ਰਕਾਰ ਕੇ ਤਕ ਦਿਨ ਗੁਜ਼ਰੇ ਹੋਤ ਬਿਲਾਸ ਅਨੇਕ ਵਿਧਾਨ। ਇਸ ਤਰ੍ਹਾਂ ਮਹਾਰਾਜ ਨੇ ਕੁਝ ਦਿਨ ਬਤੀਤ ਕੀਤੇ, ਕਈ ਤਰ੍ਹਾਂ ਦੇ ਕੌਤਕ ਮਹਾਰਾਜ ਕਰਦੇ ਹਨ। ਦੋਹਰਾ ਕਵਿਤਾ ਰਚੈ ਇਕੰਤ ਹੋਵੈ ਸੁੰਦਰ ਛੰਦ ਬਨਾਏ। ਸਤਿਗੁਰੂ ਪਾਤਸ਼ਾਹ ਜੀ ਬੜੀਆਂ ਸੋਹਣੀਆਂ ਕਵਿਤਾ ਰਚਦੇ, ਬੜੀ ਸੋਹਣੀ ਬਾਣੀ ਰਚਦੇ, ਛੰਦ ਬਣਾਉਂਦੇ, ਦੋਹਰੇ ਬਣਾਉਂਦੇ, ਚੌਪੀਆਂ ਬਣਾਉਂਦੇ ਹਨ। ਰਸ ਸ਼ਿੰਗਾਰ ਰਸ ਬੀਰ ਕੋ ਰੌਦਰ ਬਰਨ ਅਧਿਕਾਏ। ਗੁਰਮੁਖੋ ਇਸੇ ਤਰ੍ਹਾਂ ਮਹਾਰਾਜ ਜਿਹੜੀ ਕਵਿਤਾ ਬਣਾਉਂਦੇ ਨੇ ਉਹਦੇ ਵਿੱਚ ਕੀ ਕਰਦੇ ਨੇ, ਰਸ ਸ਼ਿੰਗਾਰ ਰਸ ਦਾ ਭਰਨਾ ਬਹੁਤ ਜ਼ਰੂਰੀ ਹੈ। ਮੰਨ ਲਓ ਜਿਵੇਂ ਵਿਆਹ ਦੀ ਕਥਾ ਚੱਲਦੀ ਪਈ ਹੈ, ਵਿਆਹ ਦੀ ਕਥਾ ਦੇ ਵਿੱਚ ਲਿਖਣਾ ਪਵੇਗਾ ਵੀ ਕੱਪੜੇ ਲੋਕਾਂ ਨੇ ਕਿਹੋ ਜਿਹੇ ਪਾਏ, ਗਹਿਣੇ ਕਿਹੋ ਜਿਹੇ ਪਾਏ, ਮਠਿਆਈਆਂ ਕਿਵੇਂ ਬਣੀਆਂ, ਉੱਥੇ ਲੋਕ ਨੱਚੇ ਕਿਵੇਂ ਆ ਕੇ, ਖੁਸ਼ ਕਿਵੇਂ ਹੋਏ। ਉਹਦਾ ਸ਼ਿੰਗਾਰ ਬਣਾਉਣਾ ਪਵੇਗਾ ਸਾਰੇ ਤਰੀਕਿਆਂ ਤੋਂ, ਵੀ ਇਸ ਤਰ੍ਹਾਂ ਲੱਗੇ ਸੁਣ ਕੇ ਵੀ ਹਾਂ ਸਾਹਮਣੇ ਉਹ ਵਿਆਹ ਹੋ ਰਿਹਾ। ਇਹਨੂੰ ਕਿਹਾ ਜਾਂਦਾ ਸ਼ਿੰਗਾਰ ਰਸ। ਕਵਿਤਾ ਦੇ ਵਿੱਚ ਸ਼ਿੰਗਾਰ ਬਣਾ ਦੇਣਾ, ਉਹ ਚੀਜ਼ ਨੂੰ ਹੂ ਬਹੂ ਪੇਸ਼ ਕਰ ਦੇਣਾ। ਦੂਜਾ ਹੈ ਵੀਰ ਰਸ। ਵੀਰ ਰਸ ਤੋਂ ਭਾਵ ਇਹ ਹੈ ਕਿ ਸੂਰਮੇ ਜੰਗ ਮੈਦਾਨ ਵਿੱਚ ਲੜਦੇ ਪਏ ਨੇ, ਕਿਵੇਂ ਤੀਰ ਚਲਾਇਆ, ਕਿਵੇਂ ਤਲਵਾਰ ਚਲਾਈ, ਕਿਵੇਂ ਬੰਦੂਕ ਚੱਲੀ, ਕਿਵੇਂ ਲੱਤ ਵੱਢੀ ਗਈ, ਕਿਵੇਂ ਸਿਰ ਵੱਢਿਆ ਗਿਆ, ਉਹਦਾ ਪੂਰੇ ਦਾ ਪੂਰਾ ਵਰਣਨ ਕਰਨਾ, ਉਹਨੂੰ ਕਿਹਾ ਜਾਂਦਾ ਵੀਰ ਰਸ ਭਰਨਾ। ਮਹਾਰਾਜ ਦੀ ਕਵਿਤਾ ਦੇ ਵਿੱਚ ਵੀਰ ਰਸ ਵੀ ਹੈ। ਔਰ ਗੁਰਮੁਖੋ ਤੀਜਾ ਮਹਾਰਾਜ ਨੇ ਭਰਿਆ ਰੁਦਰ ਰਸ, ਜਿਸ ਵਿੱਚ ਕ੍ਰੋਧ ਵੀਰਤਾ ਹੋਵੇ, ਕ੍ਰੋਧ ਹੋਵੇ, ਗੁੱਸਾ ਹੋਵੇ, ਇੰਨਾ ਗੁੱਸਾ ਹੋਵੇ ਕਿ ਮੈਂ ਸਾਹਮਣੇ ਵਾਲੇ ਨੂੰ ਖਤਮ ਕਰ ਦੇਣਾ ਹੈ। ਉਹ ਵੀ ਮਹਾਰਾਜ ਦੀ ਕਵਿਤਾ ਦੇ ਵਿੱਚ, ਬਾਣੀ ਵਿੱਚ ਵੇਖਣ ਨੂੰ ਪ੍ਰਾਪਤ ਹੁੰਦਾ ਹੈ। ਸਵਈਆ ਛੰਦ ਸੁਨ ਸੁਨ ਗੁਨੀ ਅਨਕ ਗੁਣ ਜਨਮ ਹੈ ਕਦਰ ਸੁਨਾਸ਼ੀ ਕੋ ਮਨ ਜਾਨ। ਪਰ ਗੁਰਮੁਖੋ ਕਵਿਤਾ ਨੂੰ ਉਹੀ ਸਮਝ ਸਕਦਾ ਜਿਹੜਾ ਆਪ ਕਵੀ ਹੈ। ਜਿਹੜਾ ਆਪ ਕਵੀ ਹੈ ਨਾ, ਕਵਿਤਾ ਲਿਖਣੀ ਪੜ੍ਹਨੀ ਜਾਣਦਾ, ਉਹ ਜਾਣਦਾ ਮਹਾਰਾਜ ਦੀ ਕਵਿਤਾ ਦੇ ਗੁਣ ਨੂੰ। ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ। ਲੋਕ ਤੇ ਅੱਜ ਵੀ ਕਿੰਤੂ ਸ਼ੰਕਾ ਕਰਦੇ 10ਵੇਂ ਪਾਤਸ਼ਾਹ ਮਹਾਰਾਜ ਦੀ ਲਿਖਤ ਦੇ ਉੱਪਰ। ਪਰ ਕਵੀ ਜਿਹੜੇ ਨੇ ਉਹ ਬਲਿਹਾਰ ਹੁੰਦੇ, ਸਦਕੇ ਜਾਂਦੇ ਵੀ ਮਹਾਰਾਜ ਇਹੋ ਜਿਹੀ ਕਵਿਤਾ ਤੁਹਾਡੇ ਵਰਗੀ ਕੋਈ ਨਹੀਂ ਬਣਾ ਸਕਦਾ, ਤੁਹਾਡੇ ਵਰਗਾ ਛੰਦ ਕੋਈ ਨਹੀਂ ਬਣਾ ਸਕਦਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਪੜ੍ਹਦੇ ਆ ਨਾ ਬਚਨ ਮਹਾਰਾਜ ਦੀਆਂ। ਐਸੀ ਛੰਦਾਬੰਦੀ ਕੀਤੀ ਹੈ, ਜੀ ਕਰਦਾ ਪੜ੍ਹੀ ਚੱਲੀਏ ਆਨੰਦ ਪ੍ਰਾਪਤ ਹੁੰਦੇ।
ਕਵੀ ਲੋਕ ਮਹਾਰਾਜ ਤੋਂ ਬਲਿਹਾਰ ਜਾਂਦੇ ਹਨ। ਕਹਾ ਹੈ ਕਵਿਤ ਸੁਜ ਕੇ ਸੁੰਦਰ, ਕਲਗੀਧਰ ਕੋ ਮਿਲੇ ਸੁਆਨ। ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਸੋਹਣੇ ਕਵਿਤ ਬਣਾਉਂਦੇ ਨੇ ਤੇ ਉਹ ਕਵਿਤ ਪੜ੍ਹ ਕੇ ਬੇਅੰਤ ਸੰਗਤਾਂ ਜਾਂ ਕਵੀ ਜਿਹੜੇ ਮਹਾਰਾਜ ਨੂੰ ਆ ਕੇ ਮਿਲਦੇ ਹਨ। ਧਰੈ ਅਨਕ ਚਾਤੁਰਤਾ, ਰਚ ਰਚ ਹੋਏ ਪ੍ਰਸੰਨ, ਲਖ ਮੁਨੀ ਗੁਣੀ ਇਸ ਮਹਾਨ। ਤਰ੍ਹਾਂ ਬਹੁਤ ਜ਼ਿਆਦਾ ਕਵੀ ਮਹਾਰਾਜ ਕੋਲ ਆਉਂਦੇ, ਮਹਾਰਾਜ ਤੁਸੀਂ ਕਵਿਤਾ ਰਚੀ ਆ, ਸਾਡੀ ਵੀ ਸੁਣੋ, ਅਸੀਂ ਵੀ ਰਚ ਕੇ ਆਏ। ਬੜੀਆਂ ਸੋਹਣੀਆਂ ਕਵਿਤਾ ਰਚ ਕੇ ਮਹਾਰਾਜ ਨੂੰ ਸੁਣਾਉਂਦੇ ਨੇ ਅਤੇ ਸਤਿਗੁਰੂ ਬੜੇ ਪ੍ਰਸੰਨ ਹੁੰਦੇ ਹਨ। ਧਨ ਗਨ ਬਖਸ਼ ਹਜ਼ਾਰੋਂ, ਲੱਛੋਂ ਲੈ ਕਰ ਹਰਖ ਧਰੈ ਗੁਣਵਾਨ। ਤੇ ਸਤਿਗੁਰੂ ਪਾਤਸ਼ਾਹ ਜੀ ਧਨ ਗਨ ਬਖਸ਼, ਬੇਅੰਤ ਧਨ ਬਖਸ਼ਿਸ਼ ਕਰਦੇ, ਲੱਖਾਂ ਦੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਮਹਾਰਾਜ ਕਵੀਆਂ ਨੂੰ ਮਾਇਆ ਭੇਟ ਕਰਦੇ ਹਨ। ਕਿਤਕ ਰਹੇ ਢਿਗ ਨੌਕਰ ਹੋਏ ਕਰ, ਦਰਬ ਹਜ਼ਾਰੋਂ ਕੋ ਨਿਤ ਕੁਝ ਲੇਤ। ਮਹਾਰਾਜ ਦੇ ਨੌਕਰ ਬਣ ਗਏ, ਨੌਕਰ ਆ ਕੇ ਰਹਿਣ ਲੱਗ ਪਏ, ਮਹੀਨੇ ਮੁਤਾਬਕ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ। ਦਾਰਦ ਘਾਮ ਬਿਦਾਰਨ ਹੋਵਾ, ਬਰਖਤ ਘਨ ਜਿਉ ਕਿਰਪਾਨ ਕੇਤ। ਜਿਵੇਂ ਮੀਂਹ ਪੈਂਦਾ ਤੇ ਗਰਮੀ ਦੂਰ ਜਾਂਦੀ ਹੈ, ਪਾਣੀ ਬਹੁਤ ਹੋ ਜਾਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਮਾਇਆ ਦਾ ਮੀਂਹ ਪੈਂਦਾ ਹੈ। ਜਿਹੜਾ ਵੀ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਕਵੀ, ਉਹਦਾ ਦਲਿੱਦਰ ਖਤਮ ਹੋ ਜਾਂਦਾ ਹੈ। ਆਪ ਰਚਤ ਹੈ ਛੰਦ ਅਨਿਕ ਗਤ, ਆਪਨ ਕੇ ਲਖ ਰੀਝ ਦੇਤ। ਸਤਿਗੁਰੂ ਪਾਤਸ਼ਾਹ ਜੀ ਆਪ ਵੀ ਸੋਹਣੇ ਛੰਦ ਰਚਦੇ, ਸੋਹਣੀਆਂ ਕਵਿਤਾ ਰਚਦੇ। ਜੇ ਕੋਈ ਹੋਰ ਕਵੀ ਰਚਦਾ ਤੇ ਉਹਨੂੰ ਵੀ ਖੁਸ਼ ਹੋ ਕੇ ਮਹਾਰਾਜ ਧੰਨ ਅਰਪਣ ਕਰਦੇ ਹਨ। ਇਮ ਗੁਨੀਅਨ ਮੈਂ ਕੀਰਤ ਪਸਰੀ, ਸੁਨ ਸੁਨ ਆਵਤ ਹੈ ਸੁਖ ਹੇਤ। ਗੁਰਮੁਖੋ ਮਹਾਰਾਜ ਦੀਆਂ ਇਹ ਕੀਰਤ ਜਿਹੜੀ ਹੈ ਨਾ, ਦੂਰ ਦੂਰ ਤੱਕ ਪਸਰ ਗਈ, ਦੇਸ਼ ਵਿਦੇਸ਼ ਤੱਕ, ਦੂਰ ਤੱਕ ਇਹ ਖਬਰਾਂ ਫੈਲ ਗਈਆਂ ਵੀ ਮਹਾਰਾਜ ਕਵੀਆਂ ਦਾ ਬੜਾ ਸਨਮਾਨ ਕਰਦੇ ਔਰ ਬੇਅੰਤ ਮਾਇਆ ਭੇਟ ਕਰਦੇ ਹਨ। ਕਵੀ ਰਹਿਤ ਜੋ ਪੂਰਬ ਦਿਸ਼ ਮੈਂ, ਅਰ ਦੱਖਣ ਮੈਂ ਉਪਜੇ ਜੋਏ। ਜਿਹੜੇ ਕਵਿਤਾ ਲਿਖਣ ਵਾਲੇ ਸਨ, ਕੋਈ ਪੂਰਬ ਵੱਲ ਰਹਿੰਦਾ, ਕੋਈ ਦੱਖਣ ਵੱਲ ਰਹਿੰਦਾ, ਜਿੱਥੇ ਜਿੱਥੇ ਉਹਨਾਂ ਕਵੀਆਂ ਨੂੰ ਪਤਾ ਲੱਗਾ, ਭਾਵੇਂ ਉਹ ਕਿਸੇ ਵੀ ਭਾਸ਼ਾ ਦੇ ਸਨ, ਉਹ ਸਾਰੇ ਸੁਣ ਸੁਣ ਕੇ ਮਹਾਰਾਜ ਦੀ ਮਹਿਮਾ ਅਨੰਦਪੁਰ ਸਾਹਿਬ ਨੂੰ ਚੱਲ ਪਏ ਹਨ। ਪੱਛਮ ਵਾਸੀ ਉੱਤਰ ਦਿਸ਼ ਕੇ ਗੁਣ ਕੋ ਪਰਖੈ, ਗੁਣ ਸੁਨ ਸੋਏ। ਭਾਵੇਂ ਕੋਈ ਪੱਛਮ ਦੀ ਦਿਸ਼ਾ ਦਾ, ਭਾਵੇਂ ਕੋਈ ਉੱਤਰ ਦੀ ਦਿਸ਼ਾ ਦਾ ਹੈ, ਜਿਹੜੇ ਪਾਸੇ ਵੀ ਕੋਈ ਰਹਿਣ ਵਾਲਾ, ਮਹਾਰਾਜ ਦੇ ਗੁਣ ਸੁਣ ਸੁਣ ਕੇ ਕਵੀ ਮਹਾਰਾਜ ਦੇ ਕੋਲ ਪਹੁੰਚਦੇ ਹਨ। ਰੀਜ ਮੌਜ ਦੀਰਘੀ ਲੱਕਰ, ਘਰ ਕੋ ਤਿਆਗ ਆਏ ਸਭ ਕੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਮੌਜ ਦੇ ਉੱਪਰ ਰੀਝ ਕੇ, ਖੁਸ਼ ਹੋ ਕੇ ਕਹਿਣ ਲੱਗੇ, ਆਪਣੇ ਘਰ ਨੂੰ ਛੱਡ ਕੇ, ਘਰ ਦੇ ਸੁੱਖ ਛੱਡ ਕੇ ਇਹ ਕਵੀ ਜਿਹੜੇ ਨੇ ਮਹਾਰਾਜ ਦੇ ਕੋਲ ਆਉਂਦੇ ਹਨ। ਬਖਸ਼ਿਸ਼ ਪਾਏ ਨਿਕਟ ਰਹਿ ਕੇਤਕ, ਕੋ ਨਿਕੇਤ ਗੇਦਾਰਦ ਖੋਏ। ਤੇ ਕੁਝ ਬਖਸ਼ਿਸ਼ਾਂ ਪਾ ਕੇ ਮਹਾਰਾਜ ਦੇ ਕੋਲ ਰਹਿੰਦੇ, ਕੁਝ ਮਹਾਰਾਜ ਦੇ ਕੋਲੋਂ ਇਨਾਮ ਲੈ ਕੇ ਆਪਣੇ ਘਰ ਦਾ ਦਲਿੱਦਰ ਤੇ ਗਰੀਬੀ ਨੂੰ ਖਤਮ ਕਰਦੇ ਹਨ। ਪੀਰ ਕਿਤਕ ਸੁਨ ਮਹਿਮਾ ਆਵਤ, ਬੈਰਾਗੀ ਸੰਨਿਆਸੀ ਜਾਲ। ਸਤਿਗੁਰੂ ਪਾਤਸ਼ਾਹ ਦੇ ਕੋਲ ਬੜੇ ਬੜੇ ਪੀਰ ਵੀ ਆਉਂਦੇ ਨੇ, ਬੜੇ ਬੜੇ ਜੋਗੀ ਮਹਿਮਾ ਨੂੰ ਸੁਣ ਕੇ। ਪੀਰ ਕਿਤਕ ਸੁਨ ਆਵਤ ਮਹਿਮਾ, ਮਹਿਮਾ ਸੁਣ ਸੁਣ ਕੇ ਪੀਰ ਵੀ ਆਉਂਦੇ ਨੇ, ਸੰਨਿਆਸੀ ਤੇ ਬੈਰਾਗੀ ਵੀ ਮਹਾਰਾਜ ਦੇ ਕੋਲ ਆਉਂਦੇ ਹਨ। ਤਪੀ ਦਿਗੰਬਰ ਦਰਸ਼ਨ ਕਹਿਤ, ਜੋਗੀ ਆਏ ਜੇ ਸਿੱਧ ਵਿਸਾਲ। ਸਤਿਗੁਰਾਂ ਕੋਲ ਤਪੀ ਵੀ ਆਉਂਦੇ ਨੇ, ਤਪੀ ਤੋਂ ਭਾਵ ਹੁੰਦਾ ਤਪੱਸਿਆ ਕਰਨ ਵਾਲਾ, ਤਪੱਸਿਆ ਕਰਨ ਵਾਲੇ ਸਾਧੂ ਆਉਣ ਲੱਗ ਪਏ। ਦਿਗੰਬਰ ਤੋਂ ਭਾਵ ਹੁੰਦਾ ਜਿਹੜੇ ਕੱਪੜਿਆਂ ਤੋਂ ਬਿਨਾਂ ਰਹਿੰਦੇ, ਕੇਵਲ ਲੱਕ ਦੇ ਨਾਲ ਲੰਗੋਟ ਹੀ ਬੰਨ੍ਹਦੇ, ਹੋਰ ਕੋਈ ਕੱਪੜਾ ਨਹੀਂ ਪਹਿਨਦੇ। ਐਸੇ ਦਿਗੰਬਰ ਸਾਧੂ ਵੀ ਮਹਾਰਾਜ ਦੇ ਕੋਲ ਆਉਂਦੇ ਤੇ ਕਹਿਣ ਲੱਗੇ, ਜੋਗੀ ਅਤੇ ਇਹ ਜਿਹੜੇ ਜੋਗੀ ਨੇ ਜਿਨ੍ਹਾਂ ਨੇ ਸਿੱਧੀਆਂ ਸਿੱਧ ਕੀਤੀਆਂ ਹੋਈਆਂ, ਐਸੇ ਕਰਾਮਾਤੀ ਜੋਗੀ ਵੀ ਮਹਾਰਾਜ ਕੋਲ ਆਉਂਦੇ ਹਨ। ਮਿਲ ਮਿਲ ਪਰਖੈ ਹਰ ਕੈ ਬਚ ਸੁਨ, ਸੰਸੈ ਕੋ ਉੱਤਰ ਤਤਕਾਲ। ਸਤਿਗੁਰਾਂ ਨੂੰ ਆ ਕੇ ਮਿਲਦੇ ਨੇ, ਮਹਾਰਾਜ ਨੂੰ ਪਰਖਦੇ ਨੇ, ਮਹਾਰਾਜ ਦੇ ਬਚਨ ਸੁਣਦੇ, ਆਪਣੇ ਸੰਸਿਆਂ ਦੇ, ਆਪਣੇ ਸਵਾਲਾਂ ਦੇ ਉੱਤਰ ਲੈਂਦੇ ਮਹਾਰਾਜ ਦੇ ਕੋਲੋਂ ਆ ਕੇ। ਮਹਾਰਾਜ ਮੇਰਾ ਇਹ ਸਵਾਲ ਹੈ, ਮੇਰੇ ਮਨ ਵਿੱਚ ਇਹ ਸ਼ੰਕਾ ਹੈ, ਆਪਣੇ ਸ਼ੰਕਿਆਂ ਦੇ ਸਵਾਲਾਂ ਦੇ ਉੱਤਰ ਲੈਂਦੇ ਹਨ। ਸਾਹਿਬ ਕਰਾਮਾਤ ਗੁਰ ਦੀਰਘ, ਸਿੰਧ ਮਨਿੰਦ ਸੁਮੇਰ ਅਚਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੜੇ ਵੱਡੇ ਸਾਹਿਬ ਮਾਲਕ ਨੇ, ਬੜੇ ਵੱਡੇ ਕਰਾਮਾਤੀ ਨੇ। ਕਹਿਣ ਲੱਗੇ ਮਹਾਰਾਜ ਸਾਹਿਬ ਜੀ ਸਮੁੰਦਰ ਦੇ ਵਾਂਗ ਜਾਂ ਸਮੇਰ ਪਰਬਤ ਦੇ ਵਾਂਗ ਨੇ, ਅੰਤ ਕੋਈ ਨਹੀਂ ਮਹਾਰਾਜ ਜੀਆਂ ਦਾ। ਬੇਅੰਤ ਕਵੀ ਆਉਂਦੇ ਪਏ ਦੂਰੋਂ ਦੂਰੋਂ ਚੱਲ ਕੇ, ਪਰ ਮਹਾਰਾਜ ਦੀ ਕਵਿਤਾ ਦਾ ਕਿਸੇ ਕੋਲ ਅੰਤ ਨਹੀਂ ਹੈ। ਐਸੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਦੇ। ਮਹਾਰਾਜ ਜੀਆਂ ਦੇ ਕੋਲ ਹੋਰ ਕਿਹੜੇ ਕਿਹੜੇ ਕਵੀ ਜਿਹੜੇ ਨੇ ਉਹ ਆ ਕੇ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਪੈਂਦੇ ਨੇ। ਸਤਿਗੁਰੂ ਕੀ ਕੀ ਇਹਨਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਿਹਾਲ ਕਰਦੇ, ਇਹ ਇਤਿਹਾਸ ਬਚਨ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਹੈ ਕਥਾ ਹੈ ਨਾ ਛੂਟੀ ਹੈ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਨਾਮ।